ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਇਸ ਤੋਂ ਪਹਿਲਾਂ ਅਸੀਂ ਅੱਜ ਦੀ ਗਦਰ ਲਹਿਰ ਦੀ ਗੱਲ ਆਰੰਭ ਕਰੀਏ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵਿਸ਼ਾ ਆਪ ਜੀ ਨਾਲ ਸਾਂਝਾ ਕਰਨਾ ਹੈ, ਬਹੁਤ ਸਾਰੇ ਸਵਾਲ ਆਮ ਜਗਿਆਸੂ ਦੇ ਜਾਂ ਇਤਿਹਾਸ ਨੂੰ ਪੜ੍ਹਨ ਵਾਲਿਆਂ ਦੇ ਮਨ 'ਚ ਆਉਂਦੇ ਹਨ ਕਿ ਇਹ ਗਦਰ ਲਹਿਰ ਦਾ ਜਾਂ ਗਦਰ ਲਹਿਰ ਵਿੱਚ ਫਾਂਸੀਆਂ ਚੜ੍ਹਨ ਵਾਲੇ ਗੁਰੂ ਕੇ ਪਿਆਰਿਆਂ ਦਾ ਸਿੱਖੀ ਨਾਲ ਕੀ ਸੰਬੰਧ ਹੈ। ਮੇਰੇ ਮਨ 'ਚ ਵੀ ਇਹ ਵਿਚਾਰ ਪਹਿਲਾਂ ਆਇਆ ਸੀ ਜਦੋਂ ਮੈਂ ਇਹਨਾਂ ਦਾ ਇਤਿਹਾਸ ਨਹੀਂ ਸੀ ਪੜ੍ਹਿਆ ਵੀ ਆਜ਼ਾਦੀ ਲਈ ਲੜ ਕੇ ਸ਼ਹੀਦ ਹੋ ਜਾਣਾ ਜਾਂ ਕੌਮ ਲਈ ਕੁਰਬਾਨੀ ਕਰਨੀ, ਦੋਨਾਂ ਵਿੱਚ ਥੋੜ੍ਹਾ ਜਿਹਾ ਤਾਂ ਫਰਕ ਹੈ। ਪਰ ਜਿਵੇਂ ਜਿਵੇਂ ਤੇ ਇਤਿਹਾਸ ਪੜ੍ਹਾਂਗੇ ਕੁਝ ਗੱਲਾਂ ਸਪਸ਼ਟ ਹੁੰਦੀਆਂ ਜਾਣਗੀਆਂ। ਲੇਕਿਨ ਇਸ ਦੀ ਸਮਾਪਤੀ ਤੋਂ ਬਾਅਦ ਕੁਝ ਸਵਾਲ ਹਨ ਜਿਹੜੇ ਇਸ ਨਾਲ ਸੰਬੰਧਿਤ ਹਨ, ਗਦਰ ਲਹਿਰ ਅਤੇ ਸਿੱਖੀ। ਉਹਦੇ ਸਵਾਲ ਮੈਂ ਬਾਅਦ ਵਿੱਚ ਆਪ ਜੀ ਨਾਲ ਸਾਂਝੇ ਕਰਾਂਗਾ। ਪਹਿਲਾਂ ਮੇਰਾ ਵਿਚਾਰ ਇਹ ਸੀ ਵੀ ਉਹ ਸਵਾਲ ਪਹਿਲਾਂ ਕਰ ਲਵਾਂ, ਪਰ ਕਿਉਂਕਿ ਜਦ ਤੱਕ ਇਤਿਹਾਸ ਦੀ ਜਾਣਕਾਰੀ ਨਾ ਹੋਵੇ ਜਾਂ ਇਤਿਹਾਸ ਅਸੀਂ ਨਾ ਪੜ੍ਹਿਆ ਹੋਵੇ ਤਾਂ ਫਿਰ ਸਵਾਲ ਕਰ ਲੈਣ ਦੇ ਨਾਲ ਮਸਲਾ ਹੱਲ ਹੁੰਦਾ ਨਹੀਂ ਹੈ। ਅੱਜ ਅਸੀਂ ਗਦਰ ਲਹਿਰ ਦੀ ਗੱਲ ਕਰਾਂਗੇ। 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਤੇ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੇ ਇਹ ਕਹਾਣੀ ਹੈ, ਜਦੋਂ ਪੰਜਾਬ ਦੇ ਬਹੁਤ ਸਾਰੇ ਸਿੱਖ ਕਿਸਾਨ, ਜਵਾਨ, ਬੁੱਢੇ ਆਪਣਾ ਘਰ-ਬਾਰ ਛੱਡ ਕੇ ਰੋਜ਼ੀ ਦੀ ਖਾਤਰ ਪ੍ਰਦੇਸ਼ਾਂ ਵਿੱਚ ਚਲੇ ਗਏ। ਪੰਜਾਬ ਦੀ ਧਰਤੀ ਦੀ ਕੁੱਖ ਇਉਂ ਜਾਪਦਾ ਸੀ ਜਿਵੇਂ ਸੁੱਕ ਗਈ ਹੋਵੇ। ਇਸ ਜ਼ਮੀਨ ਵਿੱਚੋਂ 2 ਵੇਲਿਆਂ ਦੀ ਰੋਟੀ ਪੈਦਾ ਕਰਨੀ ਵੀ ਦਿਨੋਂ ਦਿਨ ਔਖੀ ਹੁੰਦੀ ਜਾ ਰਹੀ ਸੀ। ਬਿਲਕੁਲ ਉਹੋ ਜਿਹੀ ਹਾਲਤ ਜੋ ਅੱਜ ਸਾਡੇ ਪੰਜਾਬ ਦੇ ਵਿੱਚ ਬਣੇ ਹੋਏ ਹਨ। ਥੋੜਾ ਕੰਪੇਅਰ ਕਰਕੇ ਦੇਖੋ। ਪੰਜਾਬ ਦਾ ਨੌਜਵਾਨ, ਖਾਸ ਕਰਕੇ ਸਿੱਖ ਨੌਜਵਾਨ, ਜੋ 10ਵੀਂ ਤੱਕ ਪਹੁੰਚਦਾ ਹੈ ਤੇ +2 ਦੇ ਹਲੇ ਦਾਖਲਾ ਵੀ ਨਹੀਂ ਹੋਇਆ ਹੁੰਦਾ ਤੇ ਵਿਦੇਸ਼ ਦੇ ਸੁਪਨੇ ਲੈਣ ਲੱਗ ਪੈਂਦਾ ਹੈ। ਕਾਰਨ ਕੀ ਹੈ ਕਿ ਉੱਥੇ ਰੁਜ਼ਗਾਰ ਦੇ ਸਾਧਨ ਨਹੀਂ ਮਿਲਦੇ, ਰੁਜ਼ਗਾਰ ਨਹੀਂ ਮਿਲਦਾ। ਜੇ ਮਿਲਦਾ ਹੈ ਤੇ ਸੈਲਰੀ ਨਹੀਂ ਮਿਲਦੀ। ਪੜ੍ਹ ਕੇ ਵੱਡੀਆਂ ਪੜ੍ਹਾਈਆਂ ਕਰਕੇ ਵੀ ਉਹਨਾਂ ਨੂੰ ਪੇਟ ਭਰਨ ਦਾ ਮਸਲਾ ਹੱਲ ਨਹੀਂ ਹੁੰਦਾ। ਆਪ ਜੀ ਨੇ ਦੇਖਿਆ ਹੋਵੇਗਾ ਪਿਛਲੇ 8-10 ਸਾਲਾਂ ਤੋਂ ਹਰ ਸਾਲ ਲਗਭਗ ਪੰਜਾਬ ਦੀ ਧਰਤੀ ਤੋਂ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ, ਬੱਚੇ ਬੱਚੀਆਂ ਉਹ ਵਿਦੇਸ਼ਾਂ ਵਿੱਚ ਜਾ ਰਹੇ ਹਨ। ਖਾਸ ਕਰਕੇ ਆਸਟ੍ਰੇਲੀਆ, ਕੈਨੇਡਾ, ਇਹ 2 ਦੇਸ਼ਾਂ ਵਿੱਚ ਇਹਨਾਂ ਦੀ ਦੌੜ ਜ਼ਿਆਦਾ ਲੱਗੀ ਹੋਈ ਹੈ। 2 ਚੀਜ਼ਾਂ ਦਾ ਨੁਕਸਾਨ ਇਹਦੇ ਵਿੱਚ ਹੁੰਦਾ ਹੈ। ਇੱਕ ਤਾਂ ਦੇਸ਼ ਦਾ ਪੈਸਾ ਵਿਦੇਸ਼ ਵਿੱਚ ਚਲਾ ਜਾਂਦਾ ਹੈ, ਪਰ ਹਕੂਮਤ ਇਹ ਚਾਹੁੰਦੀ ਹੈ ਕਿ ਇੱਥੋਂ ਕੰਗਾਲ ਹੋ ਜਾਣ ਤੇ ਉੱਥੇ ਜਾ ਕੇ ਇਹਨਾਂ ਨੂੰ ਜਾਫਰ ਜਾਲਣੇ ਪੈਣ, ਮਿਹਨਤਾਂ ਕਰਨੀਆਂ ਪੈਣ, ਆਪਣੀ ਪੜ੍ਹਾਈ ਦੇ ਲਈ ਵੀ ਤੇ ਆਪਣੇ ਭਵਿੱਖ ਨੂੰ ਸਵਾਰਨ ਲਈ ਵੀ। ਇਹ ਵੇਲੇ ਤੇ ਹਕੂਮਤਾਂ ਇਹ ਚਾਹੁੰਦੀਆਂ ਹੁੰਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਹੀ ਇਹ ਗਦਰ ਲਹਿਰ ਦਾ ਕੁਝ ਇਤਿਹਾਸ ਹੈ।
ਅਕਾਲੀ ਲਹਿਰ ਨੂੰ ਜਨਮ ਦੇਣ ਤੋਂ 20ਵੀਂ ਸਦੀ ਵਿੱਚ ਸਿੱਖਾਂ ਦੇ ਅੰਦਰ ਜਿੱਥੇ ਦੇਸ਼ ਭਗਤੀ ਤੇ ਆਜ਼ਾਦੀ ਦੀ ਸਪਿਰਟ ਪੈਦਾ ਹੋਈ, ਉੱਥੇ ਅੰਗਰੇਜ਼ਾਂ ਦੀ ਗੁਲਾਮੀ ਦੇ ਵਿਰੁੱਧ ਵੀ ਨਫ਼ਰਤ ਤੇ ਆਜ਼ਾਦੀ ਦੀ ਤੜਫ, ਇਹ ਕੌਮ ਦੀਆਂ ਰੁਚੀਆਂ ਬਦਲਣ ਵਿੱਚ ਇਹ ਜਿਹੜੇ ਫਿਰ ਸਿੱਖ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਵਸ ਗਏ ਸਨ, ਇਹਨਾਂ ਦਾ ਇੱਕ ਬਹੁਤ ਭਾਰੀ ਹਿੱਸਾ ਹੈ। 1857 ਦਾ ਜੋ ਗਦਰ ਹੋਇਆ, ਜਿਹਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਵੀ ਆਖਦੇ ਹਨ, ਜੋ ਗਦਰ ਹੋਇਆ ਤੇ ਉਸ ਤੋਂ ਬਾਅਦ ਨਾਮਧਾਰੀ ਲਹਿਰ ਚੱਲੀ, ਜਿਹਦੇ ਵਿੱਚ ਬਹੁਤ ਸਾਰੇ ਟੂਕਿਆਂ ਨੂੰ ਸ਼ਹੀਦ ਕੀਤਾ ਗਿਆ, ਤੇ ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਪਰ ਉਹਨਾਂ ਦੇ ਕੀਤੇ ਹੋਏ ਕੰਮ ਨੂੰ ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਉਹ ਥਾਂ ਨਹੀਂ ਮਿਲਿਆ ਜੋ ਸਥਾਨ ਮਿਲਣਾ ਚਾਹੀਦਾ ਸੀ। ਸੁਤੰਤਰਤਾ ਦਾ ਜਜ਼ਬਾ, ਆਜ਼ਾਦੀ ਦਾ ਜਜ਼ਬਾ ਦੋ ਤਰੀਕਿਆਂ ਨਾਲ ਪੈਦਾ ਹੁੰਦਾ ਹੈ। ਬੜੀ ਅਹਿਮ ਗੱਲ ਹੈ। ਬਸ ਜਾਤੀ ਦੇ ਲੋਕ ਆਪਣੇ ਗੌਰਵ ਤੇ ਸਵੈਮਾਨ ਨੂੰ ਸਮਝਣ ਅਤੇ ਵਿਦੇਸ਼ੀ ਹਕੂਮਤ ਤੇ ਜ਼ਬਰ ਜ਼ੁਲਮ ਦੀ ਲੁੱਟ ਖਸੁੱਟ ਦੇ ਨੀਤੀ ਦੇ ਵਿਰੁੱਧ ਖੜੇ ਹੋ ਜਾਣ। ਜਦੋਂ ਵੇਲੇ ਦੀ ਹਕੂਮਤ ਦੀ ਜ਼ਬਰ ਦੇ ਉੱਤੇ, ਜ਼ੁਲਮ ਦੇ ਖਿਲਾਫ ਜਦੋਂ ਇਹ ਸੋਚ ਪੈਦਾ ਹੋ ਜਾਏ ਵੀ ਇਹ ਜ਼ੁਲਮ ਹੈ, ਇਹ ਜ਼ਬਰ ਹੋ ਰਿਹਾ ਹੈ, ਇਹ ਸੋਚ ਅੰਦਰ ਪੈਦਾ ਹੋ ਜਾਏ, ਤੇ ਆਪਣਾ ਸਵੈਮਾਨ ਜਿਹਨੂੰ ਅਸੀਂ ਕਹਿੰਦੇ ਹਾਂ, ਅਣਖ ਕਹਿੰਦੇ ਹਾਂ, ਜਿਹਨੂੰ ਅਸੀਂ ਅਣਖ ਕਹਿੰਦੇ ਹਾਂ ਪੰਜਾਬੀ ਵਿੱਚ, ਜਦੋਂ ਅਣਖ ਨੂੰ ਅੰਦਰ ਜਾਗ ਪਵੇ, ਕਿਉਂਕਿ ਸਿੱਖ ਅਣਖੀ ਜ਼ਿੰਦਗੀ ਜਿਉਂਦਾ ਹੈ। ਸਿੱਖ ਗੁਲਾਮੀ ਦੀ ਜ਼ਿੰਦਗੀ ਜਿਉਣੀ ਬਰਦਾਸ਼ਤ ਨਹੀਂ ਕਰਦਾ, ਭਾਵੇਂ ਅੱਜ ਅਸੀਂ ਫਿਰ ਬਹੁ ਗਿਣਤੀ ਦੇ ਅਸਰ ਥੱਲੇ ਆ ਕੇ ਉਸ ਗੁਲਾਮੀ ਨੂੰ ਪ੍ਰਵਾਨ ਕਰ ਲਿਆ ਹੈ। ਪਰ ਸਾਡੇ ਅੰਦਰ ਅਣਖ ਦੀ ਉਹ ਕਣੀ ਅਜੇ ਖਤਮ ਨਹੀਂ ਹੋਈ। ਤਾਂ ਇੱਕ ਕਾਰਨ ਹੁੰਦਾ ਜਦੋਂ ਅਸੀਂ ਆਜ਼ਾਦੀ ਦੀ ਗੱਲ, ਜਜ਼ਬਾ ਜਦੋਂ ਪੈਦਾ ਕਰਨਾ ਹੁੰਦਾ, ਇਹ ਦੋ ਢੰਗੇ ਦੇ ਹੁੰਦੇ ਨੇ। ਇੱਕ ਤਾਂ ਇਹ ਹੈ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਹੋਵੇ, ਦੂਜਾ ਸਾਡੇ ਅੰਦਰ ਅਣਖ ਹੋਵੇ, ਸਵੈਮਾਨ ਹੋਵੇ, ਤੀਜਾ ਵਿਦੇਸ਼ ਜਿਹੜੇ ਹਾਕਮ ਸਾਡੇ ਤੇ ਰਾਜ ਕਰ ਰਹੇ ਹਨ, ਉਹਨਾਂ ਦੀ ਜ਼ੁਲਮ, ਜ਼ਬਰ ਜ਼ੁਲਮ ਤੇ ਉਹਨਾਂ ਦੀ ਲੁੱਟ ਖਸੁੱਟ ਦੀ ਨੀਤੀ ਜਿਹੜੀ ਹੈ, ਉਹਦੇ ਖਿਲਾਫ ਆਵਾਜ਼ ਨੂੰ ਚੁੱਕਣ ਦੀ ਗੱਲ ਸਾਡੇ ਅੰਦਰ ਜਜ਼ਬਾ ਹੋਵੇ। ਜਦੋਂ ਕਿਸੇ ਹੋਰ ਬਗਾਨੇ ਦੇਸ਼ ਦੇ ਲੋਕੀ ਆਜ਼ਾਦ ਦੇਸ਼ਾਂ ਵਿੱਚ ਜਾ ਕੇ ਆਜ਼ਾਦ ਕੌਮਾਂ ਨੂੰ ਵੇਖਣ, ਤੇ ਉਹਨਾਂ ਨਾਲ ਮਿਲ ਜੁਲ ਕੇ ਰਹਿਣ, ਤੇ ਉਹਨਾਂ ਵਿੱਚ ਵੀ ਫਿਰ ਆਜ਼ਾਦੀ ਦਾ ਜਜ਼ਬਾ ਪੈਦਾ ਹੁੰਦਾ ਹੈ। ਹੁਣ ਇਹ ਗੱਲ ਮੈਂ ਤਾਂ ਕਰ ਰਿਹਾ ਹਾਂ, ਜਦੋਂ ਇਹ 19ਵੀਂ ਸਦੀ ਦੇ ਅਖੀਰ ਦੇ ਵਿੱਚ ਤੇ 20ਵੀਂ ਸਦੀ ਦੇ ਸ਼ੁਰੂ 'ਚ ਜਦੋਂ ਇਹ ਸਿੱਖ ਅਮਰੀਕਾ ਔਰ ਕੈਨੇਡਾ ਦੇ ਵਿੱਚ ਜਾ ਕੇ ਵਸ ਗਏ, ਜਾਂ ਉੱਥੇ ਜ਼ਫਰ ਜਾਲੇ ਜਾ ਕੇ ਜੋ ਇਹਨਾਂ ਨੇ, ਉਹਨਾਂ ਦਾ ਮੈਂ ਜ਼ਿਕਰ ਆਪ ਜੀ ਦੇ ਨਾਲ ਕਰਾਂਗਾ, ਤਾਂ ਉਹ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੋਂ ਦੇ ਲੋਕ ਆਜ਼ਾਦੀ ਦੀ ਜ਼ਿੰਦਗੀ ਬਸਰ ਕਰਦੇ ਨੇ, ਇਹਨਾਂ ਦੇ ਉੱਤੇ ਪਾਬੰਦੀਆਂ ਨਹੀਂ ਹਨ ਤੇ ਸਾਡੇ ਉੱਤੇ ਪਾਬੰਦੀਆਂ ਹਨ, ਤਾਂ ਉਹਨਾਂ ਦੇ ਅੰਦਰ ਉਹਨਾਂ ਨੂੰ ਵੇਖ ਕੇ ਵੀ ਇੱਕ ਆਜ਼ਾਦ ਹੋਣ ਦਾ ਜਜ਼ਬਾ ਪੈਦਾ ਹੁੰਦਾ ਹੈ। ਜ਼ਰੂਰੀ ਹੈ, ਕਹਿੰਦੇ ਜਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਆਜ਼ਾਦਾਂ ਨੂੰ ਦੇਖ ਕੇ ਅੰਦਰ ਆਜ਼ਾਦੀ ਦਾ ਚਾਅ ਪੈਦਾ ਹੁੰਦਾ ਹੈ। ਇਹ ਵੀ ਇੱਕ ਕਾਰਨ ਸੀ ਜਿਹੜਾ ਗਦਰ ਲਹਿਰ ਦਾ ਇੱਕ ਕਾਰਨ ਬਣਿਆ। 19ਵੀਂ ਸਦੀ ਦੇ ਅੰਤ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅੰਗਰੇਜ਼ ਜਿਹੜੇ ਸਾਮਰਾਜ ਸੀ, ਇਹਨੇ ਆਪਣੀਆਂ ਆਬਾਦੀਆਂ ਨੂੰ, ਆਪਣੇ ਇਲਾਕੇ ਨੂੰ ਆਬਾਦ ਕਰਨ ਲਈ, ਜੰਗਲ ਕੱਟਣ ਲਈ, ਜ਼ਮੀਨਾਂ ਸਾਫ਼ ਕਰਨ ਲਈ, ਖੇਤਾਂ ਤੇ ਕਾਰਖਾਨਿਆਂ ਵਿੱਚ ਕੰਮ ਕਰਨ ਤੇ ਨੌਕਰੀ ਚਾਕਰੀ ਲਈ ਬਹੁਤ ਸਾਰੇ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਭੇਜ ਦਿੱਤਾ। ਅੰਗਰੇਜ਼ੀ ਰਾਜ ਸਮੇਂ ਹਿੰਦੁਸਤਾਨੀ ਬਾਹਰਲੇ ਦੇਸ਼ਾਂ ਵਿੱਚ ਦੋ ਤਰ੍ਹਾਂ ਗਏ ਸਨ। ਇੱਕ ਤਾਂ ਕੰਮ ਕਰਨ ਲਈ ਮਜ਼ਦੂਰ ਜਾਂ ਕੁਲੀ ਬਣ ਕੇ ਆਪਾਂ ਕਹਿ ਸਕਦੇ ਹਾਂ, ਦੂਜਾ ਅੰਗਰੇਜ਼ਾਂ ਦੇ ਸਿਪਾਹੀ ਬਣ ਕੇ। ਦੋਹਾਂ ਹਾਲਤਾਂ ਵਿੱਚ ਇਹ ਦੋਨੇ ਤਰ੍ਹਾਂ ਹੀ, ਜਾਂ ਤਾਂ ਉਹ ਸਿਪਾਹੀ ਬਣ ਜਾਣ ਤੇ ਜਾਂ ਮਜ਼ਦੂਰ ਬਣ ਜਾਣ। ਇਹਦਾ ਬੜਾ ਇੱਕ ਰਾਜ਼ ਸੀ ਇਹਦੇ ਵਿੱਚ ਛੁਪਿਆ ਹੋਇਆ। ਜਦੋਂ ਇਹ ਸਿਪਾਹੀ ਬਣ ਕੇ ਜਾਣਗੇ ਤੇ ਜਿਨ੍ਹਾਂ ਦੇ ਖਿਲਾਫ ਇਹ ਲੜਨਗੇ, ਉਹਨਾਂ ਵਿੱਚ ਤੁਹਾਡੇ ਪ੍ਰਤੀ ਨਫ਼ਰਤ ਪੈਦਾ ਹੋਏਗੀ, ਤੇ ਜਦੋਂ ਮਜ਼ਦੂਰ ਬਣ ਕੇ ਜਾਣਗੇ ਤਾਂ ਜਿਹੜੇ ਉੱਥੋਂ ਦੇ ਮਜ਼ਦੂਰ ਹਨ
ਉਹਨਾਂ ਦੇ ਅੰਦਰ ਨਫ਼ਰਤ ਪੈਦਾ ਹੋਏਗੀ, ਕਿਉਂਕਿ ਇਹਨਾਂ ਦੀ ਉਜਰਤ ਘੱਟ ਸੀ, ਮਜ਼ਦੂਰੀ ਘੱਟ ਸੀ, ਇਹਨਾਂ ਦੇ ਰੇਟ ਘੱਟ ਸਨ, ਘੱਟ ਰੇਟ ਤੇ ਕੰਮ ਕਰਨ ਵਾਲੇ ਸਨ। ਤਾਂ ਜਿਹੜੇ ਉਹ ਦੇਸ਼ਾਂ ਦੇ ਨਾਗਰਿਕ ਹੁੰਦੇ ਹਨ ਉਹਨਾਂ ਦੇ ਅੰਦਰ ਵੀ ਇਹ ਨਫ਼ਰਤ ਪੈਦਾ ਹੁੰਦੀ ਹੈ, ਅੱਜ ਵੀ ਹੁੰਦੀ ਹੈ, ਅੱਗੇ ਵੀ ਹੁੰਦੀ ਸੀ, ਹੁਣ ਵੀ ਹੁੰਦੀ ਹੈ। ਚੰਗੇ ਵਿਦਵਾਨ, ਧਾਰਮਿਕ ਜਿਹੜੇ ਪ੍ਰਚਾਰਕ ਜਾਂ ਰਾਜਨੀਤਿਕ ਆਗੂ ਉਹ ਭਾਰਤ ਵਿੱਚੋਂ ਪ੍ਰਦੇਸ਼ ਵਿੱਚ ਬਹੁਤ ਘੱਟ ਗਏ ਸਨ ਉਹਨਾਂ ਦਿਨਾਂ ਵਿੱਚ ਵੀ। ਜਿਨ੍ਹਾਂ ਕੋਲ ਦੌਲਤ ਸੀ ਜਾਂ ਧਨਾੜ ਸੀ ਜਾਂ ਅਮੀਰ ਸਨ ਜਾਂ ਪੈਸੇ ਵੱਲੋਂ ਸੌਖੇ ਸਨ ਨੂੰ ਅਸੀਂ ਜਿਹਨੂੰ ਕਹਿ ਦਿੰਦੇ, ਉਹ ਵਿਦੇਸ਼ਾਂ 'ਚ ਨਹੀਂ ਗਏ। ਡਾਕਟਰ ਤਾਰਕ ਨਾਥ ਨੇ ਆਪਣੀ ਪੁਸਤਕ ਇੰਡੀਅਨ ਵਰਲਡ ਪੋਲਿਟਿਕਸ ਵਿੱਚ ਬੜਾ ਖੂਬਸੂਰਤ ਲਿਖਿਆ ਕਿ ਅੰਗਰੇਜ਼ਾਂ ਨੇ 150 ਸਾਲਾਂ ਵਿੱਚ ਹਿੰਦੁਸਤਾਨ ਨੂੰ ਗੁਲਾਮ ਰੱਖਣ ਲਈ 111 ਲੜਾਈਆਂ ਲੜੀਆਂ। ਉਹ ਇਹ ਗੱਲ ਗਿਆਨੀ ਪ੍ਰਤਾਪ ਸਿੰਘ ਜੀ ਜੋ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ ਹਨ, ਉਹਨਾਂ ਨੇ ਆਪਣੀ ਪੁਸਤਕ ਲਿਖੀ ਹੈ ਅਕਾਲੀ ਲਹਿਰਾਂ ਤੇ ਗਦਰ ਲਹਿਰ ਦੇ ਵਿੱਚ। ਉਹਦੇ 'ਚ ਉਹਨਾਂ ਨੇ ਜ਼ਿਕਰ ਇਸ ਹਵਾਲਾ ਦਿੱਤਾ ਇਸ ਕਿਤਾਬ ਦਾ, ਇੰਡੀਅਨ ਵਰਲਡ ਪੋਲਿਟਿਕਸ ਵਿੱਚ। ਉਹਨਾਂ ਨੇ ਲਿਖਿਆ ਵੀ ਅੰਗਰੇਜ਼ਾਂ ਨੇ ਪਿਛਲੇ 150 ਸਾਲਾਂ ਦੇ ਵਿੱਚ ਹਿੰਦੁਸਤਾਨ ਨੂੰ ਗੁਲਾਮ ਰੱਖਣ ਲਈ 111 ਲੜਾਈਆਂ ਲੜੀਆਂ, ਜੋ ਕੇਵਲ ਸਾਮਰਾਜੀ ਤੇ ਆਰਥਿਕ ਲਾਭਾਂ ਨੂੰ ਮੁੱਖ ਰੱਖ ਕੇ ਹੀ ਲੜੀਆਂ ਗਈਆਂ, ਵੀ ਸਾਡਾ ਰਾਜ ਕਿਵੇਂ ਕਾਇਮ ਰਹਿਣਾ ਤੇ ਸਾਡੀ ਇਕਨੋਮੀ ਕਿੱਦਾਂ ਸਟਰੋਂਗ ਹੋਣੀ ਹੈ। ਉਹਨਾਂ ਦੇ ਲੜਾਈ ਲੜਨ ਦਾ ਜੋ ਦੋ ਹੀ ਮੇਨ ਕਾਰਨ ਸੀ, ਵੀ ਸਾਡੀ ਰਾਜ ਵਿਭਾਗ ਦਾ ਬੋਲਬਾਲਾ ਹਮੇਸ਼ਾ ਤੁਰਿਆ ਰਹੇ, ਤੇ ਦੂਜਾ ਸੀ ਵੀ ਸਾਡੇ ਆਰਥਿਕ ਇਕਨੋਮੀ ਜਿਹੜੀ ਹੈ ਇਹ ਕਮਜ਼ੋਰ ਨਾ ਹੋਵੇ। ਤੇ ਕਹਿੰਦੇ ਉਹ 111 ਲੜਾਈਆਂ ਇਸੇ ਏਮ ਨੂੰ ਮੁੱਖ ਰੱਖ ਕੇ ਲੜੀਆਂ ਗਈਆਂ। ਇਹ ਤਾਂ ਗੱਲ ਬੜੀ ਸਪਸ਼ਟ ਹੈ ਕਿ ਇਸ ਅਮਰਵੇਲ ਦੇ ਥੱਲੇ ਜਿਹੜੇ ਹਰੇ ਭਰੇ ਦਰਖਤ ਸਨ ਉਹ ਵੀ ਸੁੱਕਣ ਲੱਗ, ਜਿਵੇਂ ਇਹ ਕਹਿ ਲਈ ਵੀ ਅਮਰਵੇਲ ਜਦੋਂ ਫੈਲਦੀ ਹੈ ਤੇ ਵੱਡੇ ਵੱਡੇ ਦਰਖਤ ਵੀ ਉਹਦੇ ਥੱਲੇ ਸੁੱਕ ਜਾਂਦੇ ਹਨ। ਇਸੇ ਤਰ੍ਹਾਂ ਅੰਗਰੇਜ਼ੀ ਰਾਜ ਦੇ ਕਾਰਨ ਭਾਰਤ ਦੀ ਆਰਥਿਕ ਹਾਲਤ ਇੰਨੀ ਖਰਾਬ ਹੋ ਗਈ ਜਿਹਦਾ ਬਿਆਨ ਕਰਨਾ ਵੀ ਔਖੀ ਗੱਲ ਹੁੰਦੀ ਹੈ। ਭੁੱਖ ਤੋਂ ਤੰਗ ਆ ਕੇ ਲੋਕਾਂ ਨੇ ਪ੍ਰਦੇਸ਼ਾਂ ਵਿੱਚ ਜਾਣਾ ਪਿਆ। ਸਾਡੇ ਦੇਸ਼ ਦੀ ਇੱਕ ਕਹਾਵਤ ਵੀ ਹੈ ਕਿ ਪਰਦੇਸੀ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ, ਪ੍ਰਦੇਸ਼ ਦੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ, ਇਹ ਕਹਾਵਤ ਹੈ ਸਾਡੀ। ਇਸ ਲਈ ਜਿਸ ਆਦਮੀ ਨੂੰ ਦੇਸ਼ ਵਿੱਚ ਸੌਖੀ ਤੇ ਚੰਗੀ ਰੋਟੀ ਮਿਲਦੀ ਸੀ ਉਹ ਤਾਂ ਪ੍ਰਦੇਸ਼ ਗਿਆ ਕੋਈ ਨਾ, ਪਰ ਦੂਜੇ ਦੇਸ਼ਾਂ 'ਚ ਨਾ ਗਿਆ। ਪਰ ਜਿੱਥੇ ਰੋਟੀ ਦੇ ਲਾਲੇ ਪੈ ਜਾਣ, ਖਾਣ ਲਈ ਰੋਟੀ ਨਾ ਹੋਵੇ, ਅੱਗੋਂ ਰੁਜ਼ਗਾਰ ਨਾ ਹੋਵੇ, ਧਰਤੀ 'ਚ ਜ਼ਮੀਨ ਬੰਜਰ ਕਰ ਦਿੱਤੀ ਗਈ ਹੋਵੇ, ਪਾਣੀ ਦਾ ਪ੍ਰਬੰਧ ਨਾ ਹੋਵੇ, ਉੱਥੇ ਫਿਰ ਇਹ ਪ੍ਰੋਬਲਮ ਜਿਹੜੀਆਂ ਨੇ ਆਉਂਦੀਆਂ ਨੇ। ਪੰਜਾਬ ਵਿੱਚ ਸਿੱਖਾਂ ਨੂੰ ਅੰਗਰੇਜ਼ੀ ਰਾਜ ਸਮੇਂ ਲੈਲਪੁਰ, ਮਿੰਟਗੁਮਰੀ, ਮਲਤਾਨ, ਸਰਗੋਧੇ ਦੀਆਂ ਇਹ ਸਾਰੀਆਂ ਬਾਦਾਂ ਸਿੱਖਾਂ ਨੇ ਆਬਾਦ ਕੀਤੀਆਂ ਸੀ। ਯਾਦ ਹੋਵੇ ਜਿਨ੍ਹਾਂ ਮੈਂ ਤਾਂ ਉਦੋਂ ਜਨਮ ਵੀ ਨਹੀਂ ਸੀ ਲਿਆ, ਤੇ ਮੇਰੇ ਤੋਂ ਤਾਂ ਬਹੁਤ ਪਹਿਲਾਂ ਦੀਆਂ 50 70 ਸਾਲ 75 ਸਾਲ ਪੁਰਾਣੀਆਂ ਗੱਲਾਂ ਨੇ, ਜਦੋਂ ਉਹਨੂੰ ਬਾਰ ਦਾ ਇਲਾਕਾ ਸੀ, ਕਹਿੰਦੇ ਸੀ ਬਾਰ। ਅੱਜ ਵੀ ਬਹੁਤ ਸਾਰੇ ਬਾਰ ਤੋਂ ਆਏ ਹੋਏ, ਜਿਹਨੂੰ ਕਹਿੰਦੇ ਬਾਰ ਚੋਂ ਆਏ ਹੋਏ ਨੇ। ਬਾਰ ਦੇ ਇਲਾਕੇ ਸਨ ਲਾਇਲਪੁਰ ਦੇ, ਮਿੰਟਗੁਮਰੀ, ਮੁਲਤਾਨ, ਸਰਗੋਧੇ ਦੀਆਂ ਜਿਹੜੀਆਂ ਉਜੜੀਆਂ ਹੋਈਆਂ ਜ਼ਮੀਨਾਂ ਸਨ, ਜਿਹੜਾ ਉਹਨਾਂ ਨੂੰ ਇਹਨਾਂ ਨੇ ਆਬਾਦ ਕੀਤਾ। ਜਿਵੇਂ ਪੰਜਾਬ ਤੋਂ ਜਾ ਕੇ ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਹੋਰ ਸਟੇਟਾਂ ਵਿੱਚ ਸਿੱਖਾਂ ਨੇ ਜਾ ਕੇ ਜ਼ਮੀਨਾਂ ਨੂੰ, ਜਾਂ ਗੁਜਰਾਤ ਦੇ ਵਿੱਚ ਜਾ ਕੇ ਜ਼ਮੀਨਾਂ ਆਬਾਦ ਤਾਂ ਕੀਤੀਆਂ, ਪਰ ਅੱਜ ਜ਼ਮੀਨਾਂ ਦੇ ਉਹ ਹੱਕ ਉਹਨਾਂ ਕੋਲ ਖੋਹਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਗੁਜਰਾਤ ਦੇ ਵਿੱਚ ਤਾਂ ਪਿੱਛੇ ਬਹੁਤ ਸਾਰਾ ਐਜੀਟੇਸ਼ਨ ਵੀ ਚੱਲਦੀ ਰਹੀ। ਇੱਕ ਐਸਾ ਕਾਨੂੰਨ ਬਣਾ ਦਿੱਤਾ ਗਿਆ ਕਿ ਇਹ ਜ਼ਮੀਨਾਂ ਜਿਹੜੀਆਂ ਹਨ ਇਹਨਾਂ ਦਾ ਹੱਕ ਨਹੀਂ ਹੈ। ਇਸ ਤਰ੍ਹਾਂ ਵੀ ਇਹ ਗੱਲ ਚੱਲਦੀ ਰਹੀ। ਇਸੇ ਤਰ੍ਹਾਂ ਅੰਗਰੇਜ਼ੀ ਰਾਜ ਦੇ ਸਮੇਂ ਦੇ ਵਿੱਚ ਵੀ ਲਾਇਲਪੁਰ, ਮਿੰਟਗੁਮਰੀ, ਮਲਤਾਨ, ਸਰਗੋਧੇ ਦੀਆਂ ਉਹ ਜ਼ਮੀਨਾਂ ਜਿਹੜੀਆਂ ਸੀ ਆਬਾਦ ਕਰ ਦਿੱਤੀਆਂ। ਪਰ ਫਿਰ ਵੀ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਆਬਾਦੀ ਵੱਧ ਰਹੀ ਸੀ ਤੇ ਜ਼ਮੀਨਾਂ ਦੀ ਤੰਗੀ ਸੀ। ਇਹਨਾਂ ਇਲਾਕੇ ਵਿੱਚ ਜ਼ਮੀਨਾਂ ਇੰਨੀਆਂ ਵੱਡੀਆਂ ਨੇ। ਮਾਲਵੇ ਦੇ ਇਲਾਕੇ ਵਿੱਚ ਆਪ ਜੀ ਦੇਖੋਗੇ, ਅੱਜ ਵੀ ਤੁਸੀਂ ਦੇਖੋਗੇ, ਜੇ ਥੋੜ੍ਹੀ ਜਿਹੀ ਇਲਾਕੇ ਦੀ ਸਮਝੋਗੇ, ਤੇ ਮਾਲਵੇ ਵਿੱਚ ਅੱਜ ਵੀ ਜ਼ਿਮੀਂਦਾਰ ਜਿਹੜੇ ਹਨ 500 ਏਕੜ, 400 ਏਕੜ ਦੇ ਮਾਲਕ ਹਨ। ਪਰ ਦੁਆਬੇ ਦੇ ਵਿੱਚ ਜਾਂ ਮਾਝੇ ਵਿੱਚ 2-2 ਏਕੜ, 3-3 ਏਕੜ, 5-5 ਏਕੜ ਜਾਂ ਵੱਧ ਤੋਂ ਵੱਧ 30 ਏਕੜ ਤੋਂ 20, ਇਸ ਤੋਂ ਵੱਧ ਜ਼ਮੀਨ ਜ਼ਿਮੀਂਦਾਰਾਂ ਕੋਲ ਨਹੀਂ ਹੈ। ਬਾਕੀ ਜ਼ਮੀਨਾਂ ਠੇਕੇ ਤੇ ਲੈ ਕੇ ਤਾਂ ਗੁਜ਼ਾਰਾ ਕਰਦੇ ਨੇ ਜਾਂ ਖੇਤੀ ਕਰਦੇ ਹਨ। ਲੇਕਿਨ ਦੁਆਬਾ ਤੇ ਮਾਝਾ ਇੱਕ ਐਸਾ ਇਲਾਕਾ ਹੈ ਜਿੱਥੇ ਜ਼ਮੀਨ ਬਹੁਤ ਥੋੜ੍ਹੀ ਹੈ। ਲੇਕਿਨ ਮਾਲਵੇ ਦੀ ਜ਼ਮੀਨ ਜਿਹੜੀ ਹੈ, ਇਹ ਜਿੰਨੇ ਰਾਜਨੀਤਿਕ ਜ਼ਿਆਦਾ ਵੱਡੇ ਅਮੀਰ ਗਿਣੇ ਜਾਂਦੇ ਸਾਰੇ
ਮਾਲਵੇ ਦੇ ਇਲਾਕੇ ਦੇ ਵਿੱਚ ਹੀ, ਕਿਉਂਕਿ ਇਹਨਾਂ ਦੀਆਂ ਜ਼ਮੀਨਾਂ 500 ਏਕੜ, 1000 ਏਕੜ ਦੇ ਇਹ ਸਾਰੇ ਮਾਲਕ ਹਨ। ਤਾਂ ਕਿਉਂਕਿ ਜ਼ਮੀਨਾਂ ਦੀ ਤੰਗੀ ਸੀ, ਇਸ ਕਰਕੇ ਬਹੁਤ ਸਾਰੇ ਸਿੱਖਾਂ ਨੇ ਬਰਮਾ, ਮਲਾਇਆ, ਅਫਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਅਮਰੀਕਾ ਵੱਲ ਨੂੰ ਆਪਣਾ ਰੁੱਖ ਮੋੜ ਲਿਆ। ਹੁਣ ਢਿੱਡ ਤਾਂ ਭਰਨਾ ਹੀ ਹੈ ਨਾ ਕਿਤੇ ਜਾ ਕੇ। ਜਦੋਂ ਮਰਦਾ ਕੀ ਨਾ ਕਰਦਾ, ਘਰ ਛੱਡ ਕੇ ਬਾਹਰ ਜਾਣਾ ਕਿਸੇ ਦਾ ਦਿਲ ਨਹੀਂ ਕਰਦਾ, ਲੇਕਿਨ ਮਜਬੂਰੀ ਵਸ ਉਹਨਾਂ ਨੂੰ ਇੱਧਰ ਬਾਹਰ ਜਾਣ ਦੀ ਗੱਲਾਂ ਸੋਚਣੀਆਂ ਪਈਆਂ। ਪਹਿਲ ਤਾਂ ਬਰਮਾ ਦਾ ਇਲਾਕਾ, ਹਾਂਗਕਾਂਗ ਦਾ ਇਲਾਕਾ, ਸ਼ੰਘਾਈ, ਸਿੰਗਾਪੁਰ, ਇੱਥੇ ਫੌਜ ਤੇ ਪੁਲਿਸ ਵਿੱਚ ਜਾ ਕੇ ਚੌਕੀਦਾਰ ਭਰਤੀ ਹੋ ਗਏ ਸਿੱਖ ਜਿਹੜੇ ਸੀ। 1904 ਵਿੱਚ ਸ਼ੰਘਾਈ ਤੇ ਹਾਂਗਕਾਂਗ ਦੇ ਵਿੱਚ ਜਿਹੜੇ ਸਿੱਖ ਸਨ, ਉਹਨਾਂ ਨੂੰ ਅਮਰੀਕਨ ਤੇ ਕੈਨੇਡੀਅਨ ਯਾਤਰੀਆਂ ਤੋਂ, ਮੁਸਾਫਰਾਂ ਤੋਂ ਪਤਾ ਲੱਗਾ ਕਿ ਉਹਨਾਂ ਦੇਸ਼ਾਂ ਵਿੱਚ ਤਨਖਾਹ ਜਾਂ ਮਜ਼ਦੂਰੀ ਵੱਧ ਮਿਲਦੀ ਹੈ। ਪਹਿਲਾਂ ਤਾਂ ਉੱਥੇ ਗਏ, ਪਰ ਦੇਖਿਆ ਵੀ ਉੱਥੇ ਤਨਖਾਹ ਜ਼ਿਆਦਾ ਮਿਲਦੀ ਹੈ, ਮਜ਼ਦੂਰੀ ਜ਼ਿਆਦਾ ਮਿਲਦੀ ਹੈ। ਤਾਂ ਉਹਨਾਂ ਨੇ ਕੈਨੇਡਾ ਤੇ ਅਮਰੀਕਾ ਨੂੰ ਜਾਣਾ ਸ਼ੁਰੂ ਕਰ ਦਿੱਤਾ। ਇਹ 1904 ਦੀ ਗੱਲ ਜਿਹੜੀ ਇਤਿਹਾਸ ਵਿੱਚ ਲਿਖੀ ਮਿਲਦੀ ਹੈ, ਸੰਨ 1904 ਦਾ। ਹੋ ਸਕਦਾ ਇਸ ਤੋਂ ਪਹਿਲਾਂ ਵੀ ਕੁਝ ਸਿੱਖ ਗਏ ਹੋਣ, ਪਰ ਜੋ ਜ਼ਿਆਦਾ ਜਾਣ ਦਾ ਜੋ ਗੱਲ ਮਿਲਦੀ ਹੈ 1904 ਤੋਂ ਬਹੁਤ ਜ਼ਿਆਦਾ ਹੀ ਸ਼ੁਰੂ ਮਿਲਦੀ ਹੋਈ ਹੈ। ਕਿਉਂਕਿ ਸਿੱਖ ਮਿਹਨਤੀ ਸੁਭਾਅ ਦੇ ਹਨ, ਚੰਗੇ ਕਾਮੇ ਵੀ ਹਨ। ਕੰਮ ਅੱਜ ਭਾਵੇਂ ਨਹੀਂ ਰਹੀ ਇਹ ਗੱਲ, ਪਰ ਸਿੱਖ ਨੂੰ ਮੰਨਿਆ ਜਾਂਦਾ ਸੀ ਵੀ ਇਹ ਹਾਰਡ ਵਰਕਰ ਹੈ। ਅੱਜ ਤਾਂ ਅਸੀਂ ਅਯਾਸ਼ੀ ਵਾਲੇ ਪਾਸੇ ਜ਼ਿਆਦਾ ਤੁਰ ਪਏ, ਔਰ ਰਹਿੰਦੀ ਖੁੰਦੀ ਕਸਰ ਸਾਡੀ ਨਸ਼ਿਆਂ ਨੇ ਦੂਰ ਕਰਤੀ। ਚਿੱਟਾ ਵੇਚ ਕੇ ਰਾਜਨੀਤਿਕ ਲੋਕਾਂ ਨੇ ਅੱਜ ਸਿੱਖ ਜਵਾਨੀ ਨੂੰ ਖਾ ਲਿਆ। ਅੱਜ ਜੋ ਹਾਲਤ ਸਾਡੀ ਹੈ, ਅੱਜ ਤਾਂ ਅਸੀਂ ਕੰਮ ਕਰਨਾ ਪਸੰਦ ਹੀ ਨਹੀਂ ਕਰਦੇ, ਔਰ ਸਾਰਾ ਪੰਜਾਬ ਦੀ ਧਰਤੀ ਦੇ ਉੱਤੇ ਦੂਜੇ ਪ੍ਰਾਂਤਾਂ ਤੋਂ ਆਏ ਹੋਏ ਲੋਕੀ ਹੀ ਕੰਮ ਕਰਦੇ ਹਨ। ਭਾਵੇਂ ਉਹ ਸੈਨੇਟਰੀ ਦਾ ਕੰਮ ਹੋਵੇ, ਭਾਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਹੋਵੇ, ਭਾਵੇਂ ਹੋਰ ਕੰਮ ਹੋਣ, ਕਾਰਪੈਂਟਰੀ ਦਾ ਕੰਮ ਹੋਵੇ। ਤਕਰੀਬਨ 75% ਕਾਰਪੈਂਟਰੀ ਉਹਨਾਂ ਲੋਕਾਂ ਦੇ ਕੋਲ ਹੈ। ਸੈਨੇਟਰੀ ਤਾਂ ਮੈਂ ਕਹਿ ਸਕਾਂਗਾ ਕਿ ਲਗਭਗ 95% ਉਹਨਾਂ ਲੋਕਾਂ ਦੇ ਦੂਜੇ ਸੂਬਿਆਂ ਤੋਂ ਆਏ ਹੋਏ ਲੋਕਾਂ ਕੋਲ ਹੈ। ਕਢਾਈ ਦਾ ਕੰਮ ਦੇਖੋ, ਉਹ ਸਾਰੇ ਯੂਪੀ ਤੋਂ ਆਏ ਹੋਏ ਕਾਰੀਗਰ ਉਹਨਾਂ ਕੋਲ ਹੈ। ਤਾਂ ਇਹ ਕੰਮ ਸਾਰੇ ਉਹਨਾਂ ਕੋਲ ਨੇ, ਉਹਨਾਂ ਨੂੰ ਉੱਥੇ ਰੋਟੀ ਮਿਲਦੀ ਹੈ। ਪਰ ਪੰਜਾਬ ਦੇ ਨੌਜਵਾਨ ਇਹ ਕੰਮ ਕਰਨਾ ਅੱਜ ਪਸੰਦ ਨਹੀਂ ਕਰਦੇ। ਸ਼ਾਇਦ ਉਹਨਾਂ ਦੇ ਮਤਲਬ ਦਾ ਨਹੀਂ ਹੈ, ਜਾਂ ਉਹ ਕਹਿ ਲਈਏ ਕਿ ਉਹਨਾਂ ਦੇ ਮਾਨਸਿਕ ਹਾਲਤ ਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ ਗਿਆ ਵੇਲੇ ਦੇ ਹਾਕਮਾਂ ਵੱਲੋਂ, ਨਸ਼ਿਆਂ ਨੂੰ ਵੇਚ ਕੇ, ਚਿੱਟਾ ਵੇਚ ਕੇ, ਸਮੈਕ ਉਹਨਾਂ ਨੂੰ ਦੇ ਕੇ ਉਹਨਾਂ ਦੇ ਸਰੀਰ ਵੀ ਕਮਜ਼ੋਰ ਹੋ ਗਏ। ਉਹਨਾਂ ਦੇ ਸੋਚਣ ਸ਼ਕਤੀ ਨੂੰ ਤਾਲੇ ਜਿਹੜੇ ਲਾ ਦਿੱਤੇ ਗਏ। ਪਰ ਸਿੱਖ ਹੈ ਬੇਸਿਕਲੀ ਮੰਨਿਆ ਜਾਂਦਾ ਵੀ ਇਹ ਮਿਹਨਤੀ ਤੇ ਚੰਗੇ ਵਰਕਰ, ਹਾਰਡ ਵਰਕਰ ਹਨ। ਇਸ ਲਈ ਉਹਨਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸਫਲਤਾ ਪ੍ਰਾਪਤ ਕਰਨੀ ਸੀ। ਜਦੋਂ ਕੋਈ ਬੰਦਾ ਮਿਹਨਤ ਕਰਦਾ ਹੈ, ਹਾਰਡ ਵਰਕ ਕਰਦਾ, ਉਹਨੂੰ ਫਲ ਲੱਗਦਾ ਹੈ। ਸ਼ੁਰੂ ਵਿੱਚ ਤਾਂ ਜਦੋਂ ਪੰਜਾਬੀ ਸਿੱਖ ਕੈਨੇਡਾ ਜਾਂ ਅਮਰੀਕਾ 'ਚ ਗਏ, ਉਹਨਾਂ ਨੂੰ ਕੰਮ ਲੱਭਣ 'ਚ ਬੜੀ ਦਿੱਕਤ ਹੋਈ, ਬੜੀ ਮੁਸ਼ਕਲ ਆਈ। ਪਰ ਜਦੋਂ ਉੱਥੋਂ ਦੀਆਂ ਕੰਪਨੀਆਂ ਨੇ ਪੰਜਾਬੀਆਂ ਨੂੰ ਚੰਗਾ ਕੰਮ ਕਰਦੇ ਵੇਖਿਆ, ਤਾਂ ਉਹਨਾਂ ਦੇ ਆਰਥਿਕ ਫਾਇਦੇ ਨੂੰ ਸਾਹਮਣੇ ਰੱਖ ਕੇ ਕਿਹਾ, ਤੁਸੀਂ ਆਪਣੇ ਦੇਸ਼ 'ਚੋਂ ਹੋਰ ਆਦਮੀਆਂ ਨੂੰ ਮੰਗਵਾ ਲਓ। ਜਦ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਾ ਕਿ ਅਮਰੀਕਾ ਤੇ ਕੈਨੇਡਾ 'ਚ ਮਜ਼ਦੂਰੀ ਬਹੁਤ ਜ਼ਿਆਦਾ ਮਿਲਦੀ ਹੈ, ਤਾਂ 1907 ਵਿੱਚ ਹਜ਼ਾਰਾਂ ਹੀ ਆਦਮੀ ਇਹਨਾਂ ਵਿਦੇਸ਼ਾਂ, ਆਪਣੇ ਦੇਸ਼ ਤੋਂ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ। 1907 ਵਿੱਚ 1907 ਦੀ ਗੱਲ ਹੈ, ਜਦੋਂ ਬਹੁਤ ਸਾਰੇ ਜਿਹੜੇ ਸੀ ਉਹ ਮਿਲ ਗਏ। ਤਾਂ 1910 ਤੋਂ ਲੈ ਕੇ 1914 ਤੱਕ ਸਮੁੱਚੇ ਤੌਰ ਤੇ ਕੋਈ, ਮੈਂ ਇਹ ਕਹਿ ਸਕਾਂਗਾ ਕਿ 20 ਲੱਖ ਦੇ ਕਰੀਬ ਹਿੰਦੁਸਤਾਨੀ ਜਿਹੜੇ ਸਨ, ਇਹ 4 ਸਾਲਾਂ ਦੇ ਵਿੱਚ ਦੂਜੇ ਦੇਸ਼ਾਂ ਵਿੱਚ ਕੰਮ ਕਾਜ ਕਰਦੇ ਤੇ ਵਸਦੇ ਸਨ। 20 ਲੱਖ ਦੀ ਗਿਣਤੀ ਸੀ ਜਿਹੜੇ ਦੂਜੇ ਦੇਸ਼ਾਂ ਵਿੱਚ ਵਸਦੇ ਸਨ। ਇਕੱਲੇ ਅਫਰੀਕਾ ਦੇ ਵਿੱਚ ਤਕਰੀਬਨ 1,49,790 ਭਾਰਤੀ ਸਨ। ਅਫਰੀਕਾ ਦੇ ਵਿੱਚ ਜਿਹੜੀ ਇਹ ਫਿਗਰ ਦਿੱਤੀ ਹੈ ਗਿਆਨੀ ਪ੍ਰਤਾਪ ਸਿੰਘ ਜੀ, ਮੈਂ ਬੇਨਤੀ ਕਰ ਰਿਹਾ ਹਾਂ, ਇਹ ਫਿਗਰ ਗਿਆਨੀ ਪ੍ਰਤਾਪ ਸਿੰਘ ਜੀ ਨੇ ਇੱਕ ਪੁਸਤਕ ਲਿਖੀ ਹੈ ਜੋ ਜਥੇਦਾਰ ਰਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਉਹਨਾਂ ਦੀ ਕਿਤਾਬ ਵਿੱਚੋਂ ਮੈਂ ਜੋ ਫਿਗਰ ਹੈ ਉਹ ਆਪ ਜੀ ਨੂੰ ਸਾਂਝੀ ਕਰ ਰਿਹਾ ਹਾਂ। 1,49,790 ਅਫਰੀਕਾ ਦੇ ਵਿੱਚ ਸਨ। 1913 ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਲਗਭਗ 8,000 ਸਿੱਖ ਕੰਮ ਕਰਦੇ ਸੀ। 1913 ਦੇ ਵਿੱਚ, 1913 ਦੇ ਵਿੱਚ 8,000 ਸਿੱਖ ਸੀ ਜਿਹੜੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਕੰਮ ਕਰਦੇ ਸੀ। ਇਹਨਾਂ ਵਿੱਚੋਂ 90% ਲੋਕ ਜਿਹੜੇ ਆਰਮੀ ਦੇ ਵਿੱਚ ਫੌਜੀ ਸੀ, ਫੌਜ ਵਿੱਚ ਭਰਤੀ ਹੋਏ, ਜਿਨ੍ਹਾਂ ਨੇ ਅੰਗਰੇਜ਼ੀ ਰਾਜ ਦੇ ਵਾਧੇ ਲਈ ਲੜਾਈਆਂ ਲੜੀਆਂ। ਕਿਉਂਕਿ ਇਹ ਅੰਗਰੇਜ਼ਾਂ ਦੇ ਅੰਡਰ ਸੀ ਸਾਰਾ ਕੁਝ, ਜਿਹੜਾ ਇਲਾਕਾ ਅੰਗਰੇਜ਼ਾਂ ਦੇ ਅੰਡਰ ਸੀ, ਉੱਥੇ ਉਹ ਭਰਤੀ ਹੋ ਕੇ ਆ ਗਏ। ਤੇ ਉਹਨਾਂ ਨੂੰ ਉਸ ਇਲਾਕੇ ਨੂੰ ਵਧਾਉਣ ਦੇ ਲਈ
ਉਹਨਾਂ ਨੇ ਲੜਾਈਆਂ ਜਿਹੜੀ ਸੀ ਉਹਨਾਂ ਦੀ ਲੜੀਆਂ। ਜਿਹੜੇ ਅੰਗਰੇਜ਼ਾਂ ਦੇ ਜਿਹੜੇ ਲੜਾਈਆਂ ਲੜੀਆਂ ਉਹਨਾਂ ਨੇ, ਪਰ ਲੜਾਈਆਂ ਤਾਂ ਲੜਾਈਆਂ, ਹਿੰਦੀ ਜਿਹੜੇ ਭਾਰਤੀ ਸੀ ਅੰਗਰੇਜ਼ ਦੀ ਇੱਕ ਪਰਜਾ ਸਨ, ਹੈ ਤਾਂ ਕਿਉਂਕਿ ਰਾਜ ਉਹ ਕਰਦੇ ਸਨ, ਪਰ ਅੰਗਰੇਜ਼ਾਂ ਨੇ ਉਹਨਾਂ ਨਾਲ ਵਰਤਾਓ ਬੜਾ ਮਾੜਾ ਕੀਤਾ, ਸਲੂਕ ਚੰਗਾ ਨਹੀਂ ਸੀ ਕਰਦੇ। ਗੁਲਾਮਾਂ ਦਾ ਹਾਲ ਇਹੋ ਹੀ ਹੁੰਦਾ, ਗੁਲਾਮ ਕੌਮਾਂ ਹਮੇਸ਼ਾ ਮਾਰ ਹੀ ਖਾਂਦੀਆਂ ਹਨ, ਇਹੋ ਹੀ ਵਰਤਾਅ ਹੁੰਦਾ। ਉਹਨਾਂ ਨੂੰ ਕਾਲੇ ਕਹਿਣਾ, ਕੁੱਲੀ ਕਹਿਣਾ, ਗੁਲਾਮ ਕਹਿਣਾ, ਜਾਂ ਇਹ ਗੱਲਾਂ ਆਮ ਹੀ ਉਦੋਂ ਵਰਤੀਆਂ ਜਾਂਦੀਆਂ ਸੀ ਵੀ ਕਾਲੇ ਹਨ। ਏਸ਼ੀਅਨ ਨੂੰ ਅੱਜ ਵੀ ਇੱਥੇ ਵੀ ਕਾਲੇ ਕਹਿ ਦਿੱਤਾ ਜਾਂਦਾ, ਜਿਵੇਂ ਵੈਸੇ ਦੂਜਿਆਂ ਨੂੰ ਕਾਲੇ ਕਹਿੰਦੇ ਨੇ, ਲੇਕਿਨ ਇੱਥੇ ਅਜੇ ਵੀ ਜਿਹੜਾ ਏਸ਼ੀਅਨ ਹੈ ਉਹਨੂੰ ਅਜੇ ਵੀ ਥੋੜ੍ਹਾ ਬਹੁਤਾ ਅਜੇ ਵੀ ਫਰਕ ਹੈ ਵੀ ਉਹਨਾਂ ਨੂੰ ਦੂਜੇ ਦੇਸ਼ਾਂ ਤੋਂ ਗਿਣਿਆ ਜਾਂਦਾ ਹੈ। ਕਾਲੇ, ਕੁੱਲੀ, ਗੁਲਾਮ ਇਹ ਲਫ਼ਜ਼ ਉਦੋਂ ਆਮ ਵਰਤੇ ਜਾਂਦੇ ਸੀ। ਤਾਂ ਅੰਗਰੇਜ਼ੀ ਰਾਜ ਦੇ ਹਰ ਹਿੱਸੇ ਵਿੱਚੋਂ ਲੋਕ ਬਿਨਾਂ ਰੋਕ ਟੋਕ ਹਿੰਦੁਸਤਾਨ ਵਿੱਚ ਆ ਸਕਦੇ ਸਨ। ਸਰਕਾਰੀ ਨੌਕਰੀਆਂ ਤੇ ਸਿਵਲ ਸਰਵਿਸ ਵਿੱਚ ਅੰਗਰੇਜ਼ ਕਰ ਸਕਦੇ ਸੀ, ਪਰ ਭਾਰਤੀਆਂ ਦੇ ਲਈ ਅੰਗਰੇਜ਼ੀ ਦੇਸ਼ਾਂ ਵਿੱਚ ਜਾਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀ। ਹੁਣ ਜਦੋਂ ਚੰਗੇ ਕੰਮਾਂ ਦੇ ਲਈ ਜਿਹੜੇ ਭਾਰਤੀ ਸੀ ਉਹਨਾਂ ਨੂੰ ਨਹੀਂ ਸੀ ਵਿਦੇਸ਼ ਭੇਜਿਆ ਜਾਂਦਾ, ਵੀ ਨੌਕਰੀ ਕਰਨ ਲਈ ਨਹੀਂ ਸੀ ਭੇਜਦੇ, ਗੁਲਾਮੀ ਕਰਨ ਲਈ ਭੇਜਦੇ ਸੀ ਵੀ ਇੱਥੇ ਵੀ ਮਜ਼ਦੂਰੀ ਕਰੋ, ਉੱਥੇ ਵੀ ਮਜ਼ਦੂਰੀ ਕਰੋ, ਉੱਥੇ ਵੀ ਆਹ ਕੰਮ ਕਰੋ, ਉੱਥੇ ਫੌਜ ਦੇ ਸਾਡੇ ਲਈ ਲੜੋ, ਜਾਂ ਉੱਥੇ ਆਪਣਾ ਮਿਹਨਤ ਮਜ਼ਦੂਰੀ ਦਾ ਕੰਮ ਕਰੋ। ਅੰਗਰੇਜ਼ ਜਿਹੜੇ ਸੀ ਆਪਣੇ ਦੇਸ਼ ਤੋਂ ਜਿੱਥੇ ਮਰਜ਼ੀ ਜਾ ਸਕਦੇ ਸੀ, ਵੱਡੀਆਂ ਨੌਕਰੀਆਂ ਸਾਰੀਆਂ ਉਹਨਾਂ ਦੇ ਕੋਲ ਸਨ। ਮਲਾਇਆ ਵਿੱਚ ਦੱਖਣੀ ਭਾਰਤ ਦੇ ਲੋਕ ਮਜ਼ਦੂਰੀ ਤੇ ਪੰਜਾਬੀ ਸਿੱਖ ਫੌਜ ਤੇ ਪੁਲਿਸ ਵਿੱਚ ਭਰਤੀ ਹੋ ਗਏ, ਜਾਂ ਤਾਂ ਚੌਕੀਦਾਰ ਬਣ ਗਏ ਤੇ ਜਾਂ ਨਾਲ ਲੱਗਦੇ ਟਾਪੂਆਂ ਵਿੱਚ, ਜਿਹਨੂੰ ਉਸਲੇ ਉੱਥੋਂ ਦੇ ਵਸਨੀਕਾਂ ਨੂੰ ਵਸਣ ਵਾਲਿਆਂ ਨੂੰ ਕਿਲਿੰਗ ਲਫ਼ਜ਼ ਕਿਹਾ ਜਾਂਦਾ ਸੀ, ਜੋ ਅੰਗਰੇਜ਼ੀ ਸ਼ਬਦ ਕਿਲਿੰਗ ਕਾਤਲ ਜਾਂ ਘਾਤਕ ਦਾ ਸੂਚਕ ਹੈ। ਇਹ ਲਫ਼ਜ਼ ਨਾਲ ਹੀ ਵਰਤਿਆ ਜਾਂਦਾ ਸੀ ਵੀ ਕਾਤਲ ਹਨ, ਇਹੋ ਜਿਹੇ ਹਨ, ਲੁਟੇਰੇ ਹਨ, ਇਹਨਾਂ ਲਫ਼ਜ਼ ਕਿਲਿੰਗ ਲਫ਼ਜ਼ ਉਹਨਾਂ ਦੇ ਲਈ ਵਰਤਿਆ ਜਾਂਦਾ ਸੀ। ਇਹ ਜਿਹੜੇ ਉੱਥੋਂ ਜਾ ਕੇ ਗਏ, ਜਿਹੜੇ ਭਾਰਤ ਦੇ ਨਾਲ ਲੱਗਦੇ ਟਾਪੂਆਂ ਦੇ ਵਿੱਚ ਗਏ। ਤਾਂ ਅਫਰੀਕਾ ਵਿੱਚ ਗੋਰਿਆਂ ਨੇ ਭਾਰਤੀਆਂ ਨਾਲ ਹੱਦੋਂ ਵੱਧ ਨਸਲੀ ਵਿਤਕਰਾ ਵੀ ਕੀਤਾ। ਤੁਹਾਨੂੰ ਯਾਦ ਹੋਵੇਗਾ ਨੈਲਸਨ ਮੰਡੇਲਾ ਦੀ ਗੱਲਬਾਤ, ਕਿੰਨੀ ਲੜਾਈ ਉਹਨੂੰ ਜੱਦੋਜਹਿਦ ਕਰਨੀ ਪਈ ਕਾਲੇ ਲੋਕਾਂ ਦੇ ਲਈ, ਕਿੰਨਾ ਲੜਾਈ ਲੜੀ ਗਈ, ਪਰ ਬਰਾਬਰ ਰਾਈਟ ਲੈਣ ਦੇ ਲਈ ਕਿੰਨਾ ਕੁਛ ਹੋਇਆ। ਆਪ ਜਾਣਦੇ ਹੋ ਅਫਰੀਕਾ ਦੇ ਵਿੱਚ ਕਿੰਨੇ ਸਾਲ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਬੰਦ ਰਹਿਣਾ ਪਿਆ। ਆਜ਼ਾਦੀ ਐਵੇਂ ਨਹੀਂ ਮਿਲਦੀ, ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਜਾਂਦੀਆਂ ਨੇ। ਕਈ ਕਿਸਮ ਦੇ ਟੈਕਸ ਤੇ ਪਾਬੰਦੀਆਂ ਇਹਨਾਂ ਭਾਰਤੀਆਂ ਤੇ ਲੱਗ ਗਈਆਂ। ਮਹਾਤਮਾ ਗਾਂਧੀ ਨੇ 1893 ਤੋਂ ਲੈ ਕੇ 21 ਸਾਲ ਜਦੋਜਹਿਦ ਕੀਤੀ ਹੈ। 1914 ਤੇ 1918 ਦੀ ਜੰਗ ਦੇ ਵਿੱਚ ਜਦੋਂ ਜੰਗ ਹੁੰਦੀ ਹੈ, ਇਹ ਗਾਂਧੀ ਨੇ ਅਫਰੀਕਾ ਤੇ ਭਾਰਤੀਆਂ ਦੇ ਗੋਰਿਆਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ, ਇੱਥੋਂ ਸਪੋਰਟ ਕਰਦੇ ਰਹੇ। ਇਸ ਤੋਂ ਬਦਲੇ ਵਿੱਚ ਉਹਨੇ ਗੋਰਾਸ਼ਾਹੀ ਨੂੰ ਦੱਖਣੀ ਅਫਰੀਕਾ ਚੋਂ ਭਾਰਤੀਆਂ ਨੂੰ ਕੱਢਣ ਦਾ ਯਤਨ ਕੀਤਾ ਵੀ ਇਹਨਾਂ ਨੂੰ ਕੱਢ ਦਿਓ, ਕਿਉਂਕਿ ਇਹਦਾ ਲੀਡਰ, ਇਹਨਾਂ ਦਾ ਆਗੂ ਜਿਹੜਾ ਸੀ ਉਹ ਸਪੋਰਟ ਕਰਦਾ, ਆਜ਼ਾਦੀ ਦੀ ਗੱਲ ਕਰਦਾ। ਤਾਂ ਗੋਰਿਆਂ ਨੇ ਫਿਰ ਕਾਲਿਆਂ ਨੂੰ ਕੱਢਣ ਦੀ ਗੱਲ ਕਰਤੀ ਸੀ, ਜਿਸ ਕਰਕੇ ਕਈ ਵਾਰੀ ਫਿਰ ਸੱਤਿਆਗ੍ਰਹਿ ਹੋਏ, ਕਈ ਮੂਵਮੈਂਟ ਚੱਲੀਆਂ, ਹਜ਼ਾਰਾਂ ਭਾਰਤੀ ਜੇਲ੍ਹਾਂ 'ਚ ਸੁੱਟ ਦਿੱਤੇ ਗਏ ਅਫਰੀਕਾ ਦੇ ਵਿੱਚ। ਤੇ 1912 ਦੇ ਵਿੱਚ ਤਾਂ ਇੱਕ ਯੁੱਧ ਗੋਖਲੇ ਨੂੰ ਦੱਖਣ ਅਫਰੀਕਾ ਜਾ ਕੇ ਆਪਣੇ ਦੁਖੀ ਭਰਾਵਾਂ ਦੀ ਇੱਕ ਦਰਦਨਾਕ ਹਾਲਤ ਨੂੰ ਵੀ ਦੇਖਿਆ। ਉਹਨੇ ਵੀ ਇਹ ਗੱਲਾਂ ਲਿਖੀਆਂ ਹਨ, ਜਿਹਦਾ ਨਾਂ ਯੁੱਧ ਗੋਖਲੇ ਕਰਕੇ ਆਉਂਦਾ ਹੈ, ਜੋ ਹਿਸਟਰੀ ਦੇ ਵਿੱਚ ਲਿਖਿਆ ਮਿਲਦਾ ਹੈ। ਤੋ ਇਹ ਕੁਛ ਪ੍ਰਾਪਤਨ ਹਿਸਟਰੀ ਹੈ ਜਿਹੜੀ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਹੈ, ਜਾਂ ਮੈਂ ਇਸ ਕਰਕੇ ਕੀਤੀ ਹੈ ਸਾਨੂੰ ਪਿਛੋਕੜ ਪਤਾ ਹੋਵੇ ਵੀ ਕੀ ਸੀ, ਵੀ ਕਿਸ ਤਰ੍ਹਾਂ ਹੋਇਆ। ਅਸੀਂ ਇਹ ਕਹਿ ਸਕਦੇ ਹਾਂ ਕਿ 20ਵੀਂ ਸਦੀ ਦੇ ਸਾਲ ਘਟਦੀ ਗਈ ਤੇ ਪ੍ਰਦੇਸ਼ਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ ਹੋਰ ਵੀ ਵੱਧਦੀ ਗਈ। ਅਸੀਂ ਇਹ ਗੱਲ ਕਹਿ ਸਕਦੇ ਹਾਂ। ਬਰਮਾ, ਮਲਾਇਆ, ਸਿੰਗਾਪੁਰ, ਹਾਂਗਕਾਂਗ, ਸ਼ੰਘਾਈ, ਚੀਨ, ਉੱਥੋਂ ਹੁੰਦੇ ਹੋਏ ਆਸਟ੍ਰੇਲੀਆ, ਕੋਈ ਆਸਟ੍ਰੇਲੀਆ ਨਿਕਲ ਗਏ। ਉਹ ਜਿਹੜੇ ਜਿਸਮ ਦੇ ਮਜ਼ਬੂਤ ਸੀ ਉਹ ਪੁਲਿਸ 'ਚ ਭਰਤੀ ਹੋ ਗਏ ਜਾਂ ਚੌਕੀਦਾਰ ਬਣ ਗਏ, ਦੂਜੇ ਪਾਸੇ ਚੌਕੀਦਾਰ ਬਣ ਗਏ। ਕੁਝ ਹੋਰਨਾਂ ਨੇ ਜਿਹੜੇ ਚੰਗੇ ਸਰਦੇ ਪੁੱਜਦੇ ਸੀ ਉਹਨਾਂ ਨੇ ਥੋੜ੍ਹੀ ਬਹੁਤੀ ਠੇਕੇਦਾਰੀ ਜਾਂ ਥੋੜ੍ਹਾ ਬਹੁਤਾ ਬਿਜ਼ਨਸ ਕਰਨਾ ਵੀ ਸ਼ੁਰੂ ਕਰ ਦਿੱਤਾ ਉਹਨਾਂ ਦੇਸ਼ਾਂ ਦੇ ਵਿੱਚ। ਤੇ ਉਹ ਆਪਣੇ ਦੇਸ਼ ਨਾਲੋਂ ਇਹ ਕਹਿ ਸਕਦੇ ਵੀ ਪੈਸੇ ਬਹੁਤ ਕਮਾ ਰਹੇ ਸੀ, ਖੁਸ਼ ਵੀ ਸਨ। ਜਿਹੋ ਜਿਹਾ ਮਰਜ਼ੀ ਉਹਨਾਂ ਨੂੰ ਕੰਮ ਕਰਨਾ ਪਿਆ ਹੋਵੇ, ਲੇਕਿਨ ਖੁਸ਼ ਸੀ ਕਿਉਂਕਿ ਪੈਸਾ ਆਉਂਦਾ ਸੀ। ਆਰਥਿਕ ਤੰਗੀ ਜਿਹੜੀ ਸੀ ਉਹ ਦੂਰ ਹੋਣੀ ਸ਼ੁਰੂ ਹੋ ਗਈ।
ਪਰ ਇਹਨਾਂ ਦੇਸ਼ਾਂ ਦੇ ਲੋਕ ਉਹਨਾਂ ਨੂੰ ਕੇਵਲ ਵਿਦੇਸ਼ੀ ਜ਼ੁਲਮ ਤੇ ਲੁੱਟ ਖਸੁੱਟ ਦੀ ਮਸ਼ੀਨ ਦੇ ਪੁਰਜੇ ਸਮਝਦੇ ਸੀ, ਜਿਹੜੀ ਗੱਲ ਸਮਝਣ ਵਾਲੀ ਹੈ। ਨਫ਼ਰਤ ਵੀ ਕਰਦੇ ਸੀ। ਮੈਂ ਬਾਰ-ਬਾਰ ਇਹ ਗੱਲ ਤਾਂ ਦੁਹਰਾ ਰਿਹਾ ਕਿ ਇਹ ਗੱਲਾਂ ਚੋਂ ਸਾਡੇ ਸਿੱਖਾਂ, ਸਾਡੇ ਬਜ਼ੁਰਗਾਂ ਨੂੰ ਲੰਘਣਾ ਪਿਆ ਹੈ। ਤੇ ਮੂਵਮੈਂਟਾਂ ਚੱਲਣ ਦੇ ਕਾਰਨ ਸਨ ਕੁਝ। ਕਿਉਂ ਮੂਵਮੈਂਟ ਚੱਲੀਆਂ? ਉਹਦੇ ਕਾਰਨ ਸੀ ਇਹਨਾਂ ਦੇ ਖਿਲਾਫ ਨਫ਼ਰਤ। ਅਮਰੀਕਾ 'ਚ ਚੰਗੇ ਰੁਜ਼ਗਾਰ ਤੇ ਜ਼ਿਆਦਾ ਮਿਲਦੀ ਸੀ, ਉਜਰਤ ਕਹਿ ਲਈਏ ਜਾਂ ਮਜ਼ਦੂਰੀ ਜ਼ਿਆਦਾ ਕਹਿ ਲਈਏ। ਜਿਹੜੇ ਅਮਰੀਕਾ ਪਹੁੰਚ ਗਏ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸੀ। ਉਹਨਾਂ ਨੇ ਪੰਜਾਬ ਤੇ ਆਪਣੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਲਿਖ ਦਿੱਤੀਆਂ, ਦੋਸਤਾਂ ਨੂੰ ਚਿੱਠੀਆਂ ਪਾਈਆਂ। ਉਹ ਵੀ ਆਪਣਾ ਦੇਸ਼ ਛੱਡ ਕੇ ਪੰਜਾਬੀਆਂ ਨੇ ਲਾਈਨ ਲਾ ਕੇ ਕਹਿੰਦੇ ਨੇ ਇਸ ਪੂਰਬ ਨੂੰ ਖੁਸ਼ਹਾਲੀ ਦੇ ਇਸ ਨਵੇਂ ਦੇਸ਼ ਵੱਲ ਆਪਣੇ ਮੂੰਹ ਮੋੜ ਲਏ, ਇਹੋ ਕਰ ਲਓ, ਇਹ ਸਮਝ ਲਈਏ। ਤਾਂ ਪਹਿਲੀ ਲੜਾਈ ਜਿਹੜੀ ਵਰਲਡ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਕੇਵਲ ਅਮਰੀਕਾ ਤੇ ਕੈਨੇਡਾ 'ਚ 15,000 ਤੋਂ ਵੱਧ ਹਿੰਦੁਸਤਾਨੀ ਵਸ ਚੁੱਕੇ ਸੀ। ਵਰਲਡ ਵਾਰ ਪਹਿਲਾਂ ਤੋਂ ਪਹਿਲਾਂ 15,000 ਜਿਹੜੀ ਵਸ ਚੁੱਕੇ ਸੀ। ਇਹਨਾਂ 'ਚੋਂ ਜ਼ਿਆਦਾ ਗਿਣਤੀ ਜਿਹੜੀ ਸੀ ਉਹ ਸਿੱਖਾਂ ਦੀ ਸੀ। ਹੁਣ ਅੱਗੇ ਗੱਲ ਤੋਰਦੇ ਹਾਂ ਗੁਲਾਮੀ ਦੀ ਲਾਹਨਤ ਦੀ। ਅਮਰੀਕਾ ਦੇ ਜ਼ਗੀਰਦਾਰਾਂ ਦੇ ਕਾਰਖਾਨੇਦਾਰਾਂ ਨੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਚੰਗੀਆਂ ਮਜ਼ਦੂਰੀਆਂ ਦਿੱਤੀਆਂ। ਉਹ ਤਕਰੀਬਨ ਉਦੋਂ $2-3 ਭਾਰਤੀ ਰੁਪਈਏ ਮੁਤਾਬਕ 6 ਤੋਂ 9 ਰੁਪਈਏ ਉਦੋਂ ਜੋ ਰੇਟ ਸੀ ਡਾਲਰ ਦਾ, ਮੈਂ ਜੋ ਲਿਖੇ ਹੋਏ ਮੈਂ ਤਾਂ ਵੇਖਿਆ ਨਹੀਂ, ਪਰ ਜੋ ਇਤਿਹਾਸ ਵਿੱਚ ਜਾਂ ਹਿਸਟਰੀ ਵਿੱਚੋਂ ਰੇਟ ਮਿਲਦੇ ਨੇ ਉਹਦੇ ਮੁਤਾਬਕ ਰੋਜ਼ ਕਮਾਉਂਦੇ ਸਨ। 6 ਤੋਂ 9 ਰੁਪਈਏ ਰੋਜ਼ ਕਮਾਉਂਦੇ ਸੀ। ਤਾਂ ਵੀ ਆਪਣੇ ਵਧੇਰੇ ਕੰਮ ਕਰਨ ਦੀ ਸ਼ਕਤੀ ਤੇ ਨੀਵੇਂ ਦਰਜੇ ਦੇ ਰਹਿਣ ਸਹਿਣ ਕਰਕੇ ਉਹ ਅਮਰੀਕੀ ਮਜ਼ਦੂਰਾਂ ਨਾਲੋਂ ਸਸਤੇ ਪੈਂਦੇ ਸੀ। ਅੱਜ ਵੀ ਦੇਖਦੇ ਆ ਇੱਥੇ ਜਿਹੜੇ ਬੰਦੇ ਇਹ ਬਿਨਾਂ ਵੀਜ਼ੇ ਬਿਨਾਂ ਸਹੀ ਕਾਗਜ਼ਾਂ ਤੋਂ ਆਉਂਦੇ ਆ, ਉਹ ਫਿਰ ਜਿਹਨੂੰ ਕਹਿੰਦੇ ਅੰਡਰ ਪੇਮੈਂਟ, 2 ਨੰਬਰ ਦੇ ਵਿੱਚ ਘੱਟ ਪੈਸਿਆਂ ਤੇ ਕੰਮ ਕਰਨਾ। ਜਿਹੜੇ ਲੋਕੀ $15 ਪਰ ਆਵਰ, $15 ਪਰ ਆਵਰ ਤੇ ਕੰਮ ਕਰਦੇ, ਉਹ 7-8 ਤੇ ਕਰਨ ਨੂੰ ਤਿਆਰ ਹੋ ਜਾਂਦੇ ਆ, ਕਿਉਂਕਿ ਰੋਟੀ ਦਾ ਮਸਲਾ ਹੁੰਦਾ। ਤਾਂ ਮੇਰਾ ਕਹਿਣ ਦਾ ਮਤਲਬ ਹੈ ਇਹ ਕੰਮ ਅੱਜ ਵੀ ਉਸੇ ਤਰ੍ਹਾਂ ਚੱਲਦਾ ਹੈ। ਇਹ ਨਹੀਂ ਵੀ ਨਹੀਂ ਚੱਲਦਾ, ਇਹ ਚੱਲਦਾ ਹੈ। 1907 ਦੇ ਵਿੱਚ ਇੱਕ ਬੜੇ ਕਹਿੰਦੇ ਆ ਇਕੋਨਮੀ ਜਿਹੜੀ ਸੀ ਬੜੀ ਡਿੱਗ ਪਈ, ਜਾਂ ਮੰਦਵਾੜਾ ਜਿਹਨੂੰ ਅਸੀਂ ਲਫ਼ਜ਼ ਵਰਤਦੇ ਹਾਂ ਪੰਜਾਬੀ 'ਚ, ਆਰਥਿਕ ਮੰਦਵਾੜਾ ਉਹ ਵਾਪਰ ਪਿਆ। ਮਜ਼ਦੂਰੀਆਂ ਵਿੱਚ ਕਾਟ ਲੱਗ ਗਈ, ਬੇਰੁਜ਼ਗਾਰੀ, ਯੂਨੀਅਨਾਂ ਦੇ ਵਿੱਚੋਂ ਜਥੇਬੰਦ ਅਮਰੀਕੀ ਮਜ਼ਦੂਰਾਂ ਨੇ ਤੇ ਫਿਰ ਸਰਮਾਏਦਾਰੀ ਦੇ ਹਮਲੇ ਦੇ ਆਪਣਾ ਸੰਘਰਸ਼ ਸ਼ੁਰੂ ਕੀਤਾ, ਕਿਉਂਕਿ ਮਜ਼ਦੂਰੀਆਂ ਕੱਟ ਲਈਆਂ ਗਈਆਂ, ਉਹਨਾਂ ਦੀ ਕਾਟ ਕੱਟ ਦਿੱਤੀ ਗਈ, ਮਜ਼ਦੂਰੀਆਂ ਘਟਾਤੀਆਂ ਗਈਆਂ। ਪਰ ਹਿੰਦੁਸਤਾਨੀ ਮਜ਼ਦੂਰ ਨਾ ਤਾਂ ਕੇਵਲ ਜਥੇਬੰਦੀ ਸਨ, ਸਗੋਂ ਉਹਨਾਂ ਦੀ ਜ਼ਿੰਦਗੀ ਦਾ ਪੈਸਾ ਕੇਵਲ ਜ਼ਿੰਦਗੀ ਦਾ ਨਿਸ਼ਾਨਾ ਕੇਵਲ ਪੈਸੇ ਕਮਾਉਣਾ ਸੀ। ਜਿਹੜੇ ਹਿੰਦੁਸਤਾਨੀ ਮਜ਼ਦੂਰ ਸੀ ਉਹਨਾਂ ਦਾ ਕੰਮ ਸਿਰਫ ਪੈਸੇ ਬਣਾਉਣਾ ਸੀ। ਅਮਰੀਕਨ ਜਿਹੜੇ ਸਰਮਾਏਦਾਰ ਸੀ ਜਲਦੀ ਤੋਂ ਸੌਖੇ ਸਨ, ਉਹਨਾਂ ਨੇ ਅਮਰੀਕਨ ਮਜ਼ਦੂਰਾਂ ਵਿਰੁੱਧ ਕਾਲੀਆਂ ਭੇਡਾਂ ਦੇ ਤੌਰ ਤੇ ਵਰਤਣ 'ਚ ਕਾਮਯਾਬ ਹੋ ਗਏ। ਸਾਡੇ ਭਾਰਤੀਆਂ ਨੂੰ ਕਾਲੀਆਂ ਭੇਡਾਂ ਦੇ ਵਿੱਚ ਵਰਤਣ ਦੇ ਲਈ ਕਾਮਯਾਬ ਹੋ ਗਏ, ਕਿਉਂਕਿ ਇਹਨਾਂ ਨੇ ਉਹ ਕਹਿੰਦੇ ਬਗਾਵਤ ਨਾ ਕੀਤੀ ਜਾਏ, ਕਹਿ ਲਈਏ ਵੀ ਉਹ ਐਜੀਟੇਸ਼ਨ ਦੇ ਵਿੱਚ ਉਹਦਾ ਹਿੱਸਾ ਨਹੀਂ ਲਿਆ, ਕਿਉਂਕਿ ਇਹਨਾਂ ਨੂੰ ਤਾਂ ਆਪਣੇ ਰੋਟੀ ਦਾ ਜੋ ਲਾਲਾ ਹੋਵੇ ਉਦੋਂ ਬੰਦਾ ਸੰਘਰਸ਼ ਵੀ ਘੱਟ ਹੀ ਕਰਦਾ ਹੈ। ਟਕੋਮਾ ਜਿਹੜਾ ਆਰਗਨ ਸਟੇਟ ਵਿੱਚ ਰੇਲਵੇ ਮਜ਼ਦੂਰਾਂ ਦੀ ਹੜਤਾਲ ਹਿੰਦੁਸਤਾਨੀਆਂ ਦੀ ਸਹਾਇਤਾ ਦੇ ਨਾਲ ਹੀ ਤੋੜੀ ਗਈ ਸੀ। ਉਸ ਵੇਲੇ ਜਦੋਂ ਹੜਤਾਲ ਹੋਈ, ਟਕੋਮਾ ਜਿਹੜਾ ਇੱਥੇ ਸਟੇਟ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹ ਹਿੰਦੁਸਤਾਨ ਦੇ ਜਿਹੜੇ ਮਜ਼ਦੂਰਾਂ ਦੀ ਸਹਾਇਤਾ ਨਾਲ ਜੋ ਟੁੱਟ ਗਈ। ਕੋਈ ਹੁਣ ਅਜੀਬ ਗੱਲ ਨਹੀਂ ਸੀ ਕਿ ਅਮਰੀਕਨ ਮਜ਼ਦੂਰ ਹਿੰਦੁਸਤਾਨੀ ਮਜ਼ਦੂਰਾਂ ਦੇ ਦੁਸ਼ਮਣ ਬਣ ਜਾਣ, ਉਹਨਾਂ ਦੇ ਨਾਲ ਘਿਰਨਾ ਤੇ ਨਫ਼ਰਤ ਦੀਆਂ ਨਿਗਾਹਾਂ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪੈਣ। ਇਹ ਤਾਂ ਸੁਭਾਵਿਕ ਸੀ। ਜਦੋਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ ਜਾਂ ਕਿਸੇ ਦੇ ਖਿਲਾਫ ਖੜੇ ਹੁੰਦੇ ਹਾਂ, ਜਾਂ ਹੱਕ ਨਾ ਵੀ ਮਾਰੀਏ, ਜਾਂ ਉਹਨਾਂ ਦੇ ਆਪਣੇ ਜਾਇਜ਼ ਮੰਗਾਂ ਦੇ ਲਈ ਸੰਘਰਸ਼ ਦੇ ਖਿਲਾਫ ਅਸੀਂ ਖੜੇ ਹੋ ਜਾਈਏ, ਜਾਂ ਅਸੀਂ ਉਹਨਾਂ ਦੀ ਮਦਦ ਨਾ ਕਰੀਏ, ਤਾਂ ਜ਼ਰੂਰੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ ਨਫ਼ਰਤ ਪੈਦਾ ਹੋਏਗੀ। ਇਹੋ ਹੀ ਅੰਗਰੇਜ਼ ਚਾਹੁੰਦਾ ਸੀ, ਹਾਕਮ ਵੀ ਇਹੋ ਗੱਲ ਹੀ ਚਾਹੁੰਦੇ ਸਨ। ਪਹਿਲੀ ਵਾਰ ਅਮਰੀਕਾ ਵਿੱਚ ਹਿੰਦੁਸਤਾਨੀਆਂ ਦੇ ਵਿਰੁੱਧ ਲਹਿਰ ਉੱਠੀ ਤੇ ਤੇਜ਼ੀ ਦੇ ਨਾਲ ਇਹ ਲਹਿਰ ਜਿਹੜੀ ਫੈਲਣ ਲੱਗ ਪਈ। ਫਿਰ ਬੁਰਸ਼ਾਗਰਦੀ, ਕਤਲੇਆਮ ਜਿਹਨੂੰ ਅਸੀਂ ਕਹਿੰਦੇ ਹਾਂ, ਅਮਰੀਕਨ ਮਜ਼ਦੂਰ ਲਹਿਰ, ਜਦੋਜਦ ਇੱਕ ਐਸੀ ਪੈਦਾਵਾਰ ਸੀ ਜਿਹਨੇ
ਇੱਥੇ ਆ ਕੇ ਉਹ ਸੰਘਰਸ਼ ਨੂੰ ਭਾਰਤੀਆਂ ਦੇ ਖਿਲਾਫ ਖੜੇ ਕਰ ਦਿੱਤਾ। ਵਿਲੀਅਮ ਏਬਰਟ, ਸੇਂਟ ਜੌਨ, ਟੋਕਾਮਾ ਤੇ ਹੋਰ ਸ਼ਹਿਰਾਂ ਦੀ ਹਿੰਦੁਸਤਾਨੀ ਬਸਤੀਆਂ ਨੂੰ ਲੁੱਟਿਆ ਗਿਆ। ਜਿੱਥੇ ਜਿੱਥੇ ਹਿੰਦੁਸਤਾਨੀ ਵਸਦੇ ਸੀ ਉਹਨਾਂ ਨੂੰ ਲੁੱਟਿਆ ਗਿਆ। ਮਜ਼ਦੂਰਾਂ ਨੇ ਜ਼ਬਰਦਸਤੀ ਕਾਰਾਂ ਤੇ ਲਾਰੀਆਂ 'ਚ ਬੰਦ ਕਰਕੇ ਮਜ਼ਦੂਰਾਂ ਨੂੰ ਸ਼ਹਿਰੋਂ ਬਾਹਰ ਦੂਰ ਜੰਗਲਾਂ 'ਚ ਜਾ ਕੇ ਛੱਡ ਦਿੱਤਾ ਜਾਂਦਾ। ਪੁਲਿਸ ਨੂੰ ਇਤਲਾਹ ਹੁੰਦੀ ਸੀ, ਉਹ ਜਾਣਦੇ ਸਨ ਕਿ ਕੀ ਹੋ ਰਿਹਾ ਹੈ, ਪਰ ਉਹਨਾਂ ਨੇ ਸਭ ਕੁਝ ਅੱਖਾਂ ਮੀਟੀ ਰੱਖੀਆਂ। ਜ਼ੁਲਮ ਹੁੰਦਾ ਦੇਖ ਕੇ ਵੀ ਚੁੱਪ ਕਰਕੇ ਕੋਈ ਐਕਸ਼ਨ ਜਿਹੜਾ ਸੀ ਪੁਲਿਸ ਨੇ ਵੀ ਨਹੀਂ ਲਿਆ। ਖੈਰ, ਇਹ ਮੰਦਵਾੜੀ ਜਿਹਨੂੰ ਅਸੀਂ ਕਹਿੰਦੇ ਹਾਂ, ਇਕੋਨਮੀ ਦੇ ਘਾਟੇ ਵਾਲਾ ਸਮਾਂ, ਮੰਦਾ ਸਮਾਂ, ਅੱਜ ਮੰਦਵਾੜੀ ਕਹਿੰਦੇ ਸਾਰੇ ਦੁਨੀਆ ਚੱਲ ਰਹੀ ਹੈ। ਔਖੇ ਦਿਨ ਤਾਂ ਲੰਘ ਗਏ। ਇਹਨਾਂ ਦੇ ਨਾਲ ਫਿਰ ਜਥੇਬੰਦ ਗੁੰਡਾਗਰਦੀ ਵੀ ਬੰਦ ਹੋ ਗਈ। ਜਿਵੇਂ ਜਿਵੇਂ ਇਕੋਨਮੀ ਠੀਕ ਹੁੰਦੀ ਗਈ, ਉਹ ਗੁੰਡਾਗਰਦੀ ਵੀ ਬੰਦ ਹੋ ਗਈ ਜਿਹੜੀ ਮਜ਼ਦੂਰਾਂ ਵੱਲੋਂ ਕੀਤੀ ਜਾਂਦੀ ਸੀ। ਪਰ ਭਾਰਤੀਆਂ ਦੇ ਵਿਰੁੱਧ ਐਜੀਟੇਸ਼ਨ ਜਾਰੀ ਰਹੀ। ਭਾਰਤੀਆਂ ਦਾ ਵਿਰੋਧ ਉਹ ਨਹੀਂ ਹੋਈ, ਬੰਦ ਨਹੀਂ ਕੀਤੀ। ਕੇਵਲ ਭਾਰਤੀ ਤੋਂ ਹੀ ਜਿਹੜੇ ਸੀ ਉਹ ਵਧੀਕੀਆਂ ਦਾ ਸ਼ਿਕਾਰ ਹੁੰਦੇ ਰਹੇ। ਯੂਰਪੀ ਤੇ ਹੋਰ ਏਸ਼ੀਆਈ ਦੇਸ਼ਾਂ ਦੇ ਵਿੱਚ ਮਜ਼ਦੂਰਾਂ ਦੇ ਵਿਰੁੱਧ ਵੀ ਇਹ ਦੂਜੇ ਦੇਸ਼ਾਂ ਵਿੱਚ ਵੀ ਗੁੰਡਾਗਰਦੀ ਜਿਹੜੀ ਸੀ ਜਾਂ ਗੁੰਡਾਗਰਦੀ ਸੀ ਜਾਂ ਬੁਰਸ਼ਾਗਰਦੀ ਸੀ, ਇਹ ਸ਼ੁਰੂ ਹੋ ਗਈ। ਪਰ ਮਜ਼ਦੂਰ ਜਿਹੜੇ ਸਨ ਉਹ ਆਜ਼ਾਦ ਕੌਮਾਂ ਦੇ ਬੰਦੇ ਸਨ ਜਿਹੜੇ ਬੁਰਸ਼ਾਗਰਦੀ ਕਰਦੇ ਸੀ। ਉਹਨਾਂ ਦੇ ਐਕਸ਼ਨ ਕਿੱਥੋਂ ਹੋਣਾ ਸਨ? ਇਹਨਾਂ ਦੀਆਂ ਆਜ਼ਾਦ ਹਕੂਮਤਾਂ ਜਿਹੜੀਆਂ ਸਨ ਉਹਨਾਂ ਪਾਸੋਂ ਤੁਸੀਂ ਆਪਣੇ ਹੱਕਾਂ ਦੀ ਕੋਈ ਆਸ ਵੀ ਨਹੀਂ ਸੀ ਰੱਖ ਸਕਦੇ, ਜਾਂ ਉਹਨਾਂ ਪਾਸੋਂ ਕੋਈ ਹੋਰ ਲਾਭ ਦੀ ਆਸ ਵੀ ਨਹੀਂ ਸੀ ਰੱਖ ਸਕਦੇ। ਜਦੋਂ ਕੈਲੀਫੋਰਨੀਆ ਵਿੱਚ ਇੱਕ ਥਾਂ ਜਾਪਾਨੀਆਂ ਵਿਰੁੱਧ ਗੁੰਡਾਗਰਦੀ ਹੋਈ ਤਾਂ ਜਾਪਾਨੀ ਹਕੂਮਤ ਨੇ ਹਰ ਇੱਕ ਡਾਲਰ ਨੁਕਸਾਨ ਬਦਲੇ $10 ਵਸੂਲ ਕੀਤੇ। ਪਰ ਬਰਤਾਨਵੀ ਵੱਡੇ ਸਫੀਰਾਂ ਦੇ ਤਜਾਰਤੀ ਮਸ਼ੀਰਾਂ ਨੇ ਹਿੰਦੁਸਤਾਨੀ ਮਜ਼ਦੂਰਾਂ ਦੇ ਹੱਕ ਵਿੱਚ ਕੋਈ ਆਵਾਜ਼ ਚੁੱਕਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਜਦੋਂ ਕਿ ਜਾਪਾਨੀ ਮਜ਼ਦੂਰਾਂ ਤੇ ਹਮਲੇ ਹੋਏ, ਉਹਨਾਂ ਨੇ ਤਾਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਦੇ ਲਈ ਇੱਕ ਦੇ ਬਦਲੇ $10 ਜਿਹੜੇ ਲੈ ਲਏ। ਪਰ ਕਿਉਂਕਿ ਇਸ ਭਾਰਤੀ ਹਿੰਦੁਸਤਾਨੀ ਜਿਹੜੇ ਕਹਿ ਲਈਏ ਇਹ ਗੁਲਾਮ ਸਨ ਅੰਗਰੇਜ਼ਾਂ ਨੇ ਸਾਡੇ ਮਰਨ ਦਿਓ, ਅਸੀਂ ਕੀ ਲੈਣਾ, ਮਰਦੇ ਮਰਨ ਦਿਓ ਵਾਲਾ ਫਾਰਮੂਲਾ ਜਿਹੜਾ ਸੀ ਉਹ ਚੱਲਦਾ ਰਿਹਾ। ਤਾਂ ਪਹਿਲੀ ਵਾਰੀ ਭਾਰਤੀਆਂ ਨੂੰ ਇਹ ਰੋਸ਼ਨੀ ਪਈ, ਅੰਦਰ ਅਹਿਸਾਸ ਹੋਇਆ ਵੀ ਅਸੀਂ ਇੱਕ ਗੁਲਾਮ ਦੇਸ਼ ਦੇ ਵਸਨੀਕ ਹਾਂ। ਇੱਥੋਂ ਇਹ ਗੱਲਾਂ, ਜਦੋਂ ਕਿਸੇ ਦੀ ਘਰ ਵਿੱਚ ਕੋਈ ਗੱਲ ਸੁਣਨ ਵਾਲਾ ਨਾ ਹੋਵੇ, ਜਦੋਂ ਗਲੀ ਮੁਹੱਲੇ ਵਿੱਚ ਤੁਹਾਡੀ ਕੋਈ ਆਵਾਜ਼ ਸੁਣਨ ਵਾਲਾ ਨਾ ਹੋਵੇ, ਜਦੋਂ ਸਟੇਟ ਵਿੱਚ ਸੂਬੇ ਵਿੱਚ ਕੋਈ ਆਵਾਜ਼ ਸੁਣਨ ਵਾਲਾ ਨਾ ਹੋਵੇ, ਜਦੋਂ ਦੇਸ਼ ਵਿੱਚ ਤੁਹਾਡੀ ਆਵਾਜ਼ ਸੁਣਨ ਵਾਲਾ ਨਾ ਹੋਵੇ, ਤਾਂ ਉਦੋਂ ਬਗਾਵਤ ਦਾ ਬੀਜ ਅੰਦਰ ਜਨਮ ਲੈਂਦਾ ਹੈ। ਉਦੋਂ ਫਿਰ ਤੁਹਾਨੂੰ ਗੁਲਾਮੀ ਦਾ ਅਹਿਸਾਸ ਹੁੰਦਾ ਹੈ। ਜਿਵੇਂ ਸਾਡੀ ਆਵਾਜ਼ ਨੂੰ ਵੀ ਅੱਜ ਇਸ ਤਰ੍ਹਾਂ ਦਬਾਇਆ ਜਾ ਰਿਹਾ, ਜੋ ਅੱਜ ਸਾਡੇ ਨਾਲ ਵਾਪਰ ਰਿਹਾ ਹੈ। ਨਾ ਆਵਾਜ਼ ਸਾਡੀ ਆਪਣੇ ਲੋਕ ਸੁਣਨ, ਨਾ ਸਾਡੇ ਆਗੂ ਸੁਣਨ, ਨਾ ਸਾਡੀ ਆਵਾਜ਼ ਆਗੂਆਂ ਨੇ ਤੱਕ ਹੀ ਸੁਣਨੀ ਆ। ਹੁਣ ਤਾਂ ਬਿੱਲੀ ਥੇਲੇ ਤੋਂ ਬਾਹਰ ਆ ਗਈ। ਆਪਣੇ ਆਪ ਨੂੰ ਵੱਡੀਆਂ ਸੰਸਥਾਵਾਂ ਕਹਾਉਣ ਵਾਲੇ ਉਹ ਵੀ ਅੱਜ ਗੁਲਾਮੀ ਦੀ, ਤੁਹਾਡੇ ਸਾਹਮਣੇ ਤਸਵੀਰਾਂ ਸੋਸ਼ਲ ਮੀਡੀਆ ਤੁਸੀਂ ਦੇਖ ਲਈਆਂ ਹੋਣਗੀਆਂ, 37 ਮਹਾਂਪੁਰਸ਼ ਕਹਾਉਣ ਵਾਲੇ ਵੀ ਅੱਜ ਜਾ ਕੇ ਗੁਲਾਮੀ ਦੇ ਉਹਨਾਂ ਦੇ ਲੀਡਰ ਤਲਵੇ ਚੱਟ ਰਹੇ ਹਨ, ਜਿਨ੍ਹਾਂ ਵਿੱਚ ਸਾਡੇ ਬਹੁਤ ਸਾਰੇ ਧਾਰਮਿਕ ਮੁਖੀ ਵੀ ਸ਼ਾਮਲ ਹਨ। ਤੇ ਸਾਡੀਆਂ ਤਾਂ ਧਾਰਮਿਕ ਜਾਂ ਮੈਨੇਜਮੈਂਟ ਕਮੇਟੀਆਂ ਵੀ ਜਿਹੜੀਆਂ ਹਨ, ਜਿਨ੍ਹਾਂ ਨੇ ਆਜ਼ਾਦੀ ਦੇ ਸਾਨੂੰ ਸੰਘਰਸ਼ ਕਰਨ ਦਾ ਜਾਚ ਸਿਖਾਉਣੀ ਸੀ, ਉਹ ਅੱਜ ਆਪ ਉਹਨਾਂ ਦੀਆਂ ਗੁਲਾਮ ਬਣ ਗਈਆਂ। ਪਰ ਜਦੋਂ ਇਹ ਅਹਿਸਾਸ ਨਾ ਹੋਵੇ ਅਸੀਂ ਗੁਲਾਮ ਹਾਂ, ਉਨੀ ਦੇਰ ਆਜ਼ਾਦੀ ਦਾ ਸੰਘਰਸ਼ ਨਹੀਂ ਹੁੰਦਾ। ਆਜ਼ਾਦੀ ਦੇ ਸੰਘਰਸ਼ ਲਈ ਗੁਲਾਮੀ ਦਾ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ। ਇਹ ਅਹਿਸਾਸ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੋਂ ਦੇ ਵਸਨੀਕਾਂ ਨੂੰ ਕਰਾਇਆ ਸੀ ਉਦੋਂ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੋਇਆ। ਉਹ ਭੁੱਲਿਓ, ਤੁਹਾਡੀ ਤਾਂ ਬੋਲੀ ਬਦਲ ਗਈ, ਤੁਹਾਡੀ ਦਾ ਖਾਣ ਦਾ ਢੰਗ ਬਦਲ ਗਿਆ, ਤੁਹਾਡੇ ਰਹਿਣ ਸਹਿਣ ਦਾ ਤਰੀਕਾ ਬਦਲ ਗਿਆ, ਤੁਹਾਡੀ ਵਿਚਾਰਧਾਰਾ ਬਦਲ ਗਈ। ਤੁਹਾਨੂੰ ਆਪਣੀ ਮਰਜ਼ੀ ਦਾ ਖਾ ਨਹੀਂ ਸਕਦੇ, ਮਰਜ਼ੀ ਦਾ ਪਹਿਨ ਨਹੀਂ ਸਕਦੇ, ਤੁਸੀਂ ਮਰਜ਼ੀ ਦੇ ਨਾਲ ਬਾਹਰ ਚੱਲ ਨਹੀਂ ਸਕਦੇ। ਤੁਹਾਡੀ ਆਜ਼ਾਦੀ ਕਿੱਥੇ ਹੈ? ਤੁਹਾਡੀ ਤਾਂ ਮਾਂ ਬੋਲੀ ਖਤਮ ਕਰ ਦਿੱਤੀ ਗਈ। ਇਹ ਅਹਿਸਾਸ ਜਗਾਇਆ ਸੀ ਗੁਰੂ ਨਾਨਕ ਦੇਵ ਮਹਾਰਾਜ। ਇੱਥੋਂ ਧਾਰਮਿਕ ਆਜ਼ਾਦੀ ਦੀ ਲਹਿਰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ, ਜਿਹੜੀ ਸਾਡੀ ਬਿਲਕੁਲ ਮਰ ਚੁੱਕੀ ਪਰਜਾ ਸੀ ਇੱਥੋਂ ਦੀ, ਜਿਹਨੂੰ ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਜਿਹੜੀ
ਆਪਾਂ ਆਸਾ ਕੀ ਵਾਰ ਦੇ ਵਿੱਚ ਅਸੀਂ ਪੜ੍ਹਦੇ ਹਾਂ। ਕਦੀ ਖਿਆਲ ਕਰਕੇ ਤਾਂ ਦੇਖੋ, ਆਮ ਗੱਲਾਂ ਥੋੜ੍ਹੀ ਹਨ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਬੋਲੀ ਬਦਲ ਗਈ, ਵਿਚਾਰ ਬਦਲ ਗਏ, ਸਭ ਕੁਝ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਇਹ ਆਵਾਜ਼ ਚੁੱਕੀ ਸੀ। ਪਰ ਸਾਡੇ ਸਿੱਖ ਆਗੂ ਅੱਜ ਸਾਡੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਹੋਏ ਸਿਧਾਂਤ ਤੋਂ ਅੱਜ ਮੂੰਹ ਮੋੜ ਚੁੱਕੇ ਹਨ। ਇਹ ਗੁਲਾਮੀ ਨੂੰ ਗਲੇ ਵਿੱਚ ਪਾ ਰਹੇ ਹਨ। ਔਰ ਉਹਨਾਂ ਲੋਕਾਂ ਦੀ ਗੁਲਾਮੀ ਜਿਹੜੇ ਸਾਡੀ ਜ਼ਮੀਰ, ਸਾਡੀ ਅਣਖ, ਸਾਡੀ ਇੱਜ਼ਤ ਨੂੰ ਬਲੀਆ ਮੇਟ ਕਰਨ ਦਾ ਯਤਨ ਕਰ ਰਹੇ ਹਨ। ਉੱਤੋਂ ਬਗਲ ਮੇ ਛੁਰੀ, ਮੂੰਹ ਮੇ ਰਾਮ ਰਾਮ ਵਾਲਾ ਫਾਰਮੂਲਾ ਅਪਣਾਇਆ ਹੋਇਆ। ਅੱਜ ਇਹ ਕੰਮ ਚੱਲ ਰਿਹਾ। ਉੱਤੋਂ ਭਾਈ ਭਾਈ ਦਾ ਨਾਰਾ, ਲੇਕਿਨ ਅੰਦਰੋਂ ਭਾਈ ਦੀਆਂ ਲੱਤਾਂ ਵੱਢਣ ਦਾ ਕੰਮ ਇਹ ਚੱਲਦਾ ਆਉਂਦਾ ਹੈ। ਪਰ ਮਜਬੂਰੀ ਹੈ, ਕਿਉਂਕਿ ਸਾਡੇ ਧਾਰਮਿਕ ਤੌਰ ਤੇ ਅਸੀਂ ਸਾਨੂੰ ਗੁਲਾਮੀ ਵੱਲ ਸੁੱਟਿਆ ਜਾ ਰਿਹਾ, ਸਾਨੂੰ ਸਮਾਜਿਕ ਤੌਰ ਤੇ ਗੁਲਾਮੀ ਵੱਲ ਸੁੱਟਿਆ ਜਾ ਰਿਹਾ। ਸਾਡੇ ਰੀਤੀ ਰਿਵਾਜ ਜਿਹੜੇ ਬਦਲ ਦਿੱਤੇ ਗਏ, ਸਾਡੇ ਤਿਉਹਾਰ ਬਦਲ ਦਿੱਤੇ ਗਏ। ਅਸੀਂ ਉਹਨਾਂ ਤਿਉਹਾਰਾਂ ਨੂੰ ਮਨਾਉਣ ਲੱਗ ਪਏ ਜਿਹੜੇ ਸਾਡੇ ਤਿਉਹਾਰ ਨਹੀਂ ਹਨ। ਇਹ ਨਿਸ਼ਾਨੀਆਂ ਗੁਲਾਮੀ ਦੀਆਂ ਹੁੰਦੀਆਂ ਹਨ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਜਦ ਤੱਕ ਇਹ ਗੁਲਾਮੀ ਦਾ ਅਹਿਸਾਸ ਨਹੀਂ ਹੋਏਗਾ, ਉਨੀ ਦੇਰ ਤੱਕ ਆਜ਼ਾਦੀ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਜਿਹੜਾ ਬੀਜ ਗੁਰੂ ਨਾਨਕ ਸਾਹਿਬ ਨੇ ਬੀਜ ਕੇ ਸਾਨੂੰ ਜਗਾਇਆ ਸੀ, ਅੱਜ ਸ਼ਾਇਦ ਉਹ ਬੀਜ ਦੂਜਿਆਂ ਨੇ ਤਾਂ ਆਪਣੇ ਅੰਦਰ ਪੈਦਾ ਕਰ ਲਿਆ, ਉਹ ਦਰਖਤ ਬਣਾ ਲਿਆ, ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਉਸ ਬੀਜ ਨੂੰ ਸ਼ਾਇਦ ਧਰਤੀ ਦੀ ਕੁੱਖ ਚੋਂ ਬਾਹਰ ਹੀ ਨਹੀਂ ਆਉਣ ਦਿੱਤਾ। ਅੱਜ ਸਾਡੀ ਹਾਲਤ ਇੱਥੋਂ ਤੱਕ ਆ ਕੇ ਖੜੀ ਹੈ। ਇਹਨੂੰ ਨੈਗੇਟਿਵ ਨਾ ਸੋਚਣਾ, ਸੱਚਾਈ ਹੈ ਜਿਸ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ। ਸੱਚਾਈ ਵੱਲੋਂ ਅੱਖਾਂ ਮੀਟ ਕੇ ਬੈਠ ਜਾਣ ਦੇ ਨਾਲ ਕਦੀ ਮਸਲੇ ਹੱਲ ਨਹੀਂ ਹੁੰਦੇ, ਔਰ ਸੱਚਾਈ ਨੂੰ ਹਮੇਸ਼ਾ ਸਾਹਮਣੇ ਰੱਖ ਕੇ ਚੱਲਣਾ ਚਾਹੀਦਾ ਹੈ, ਜੋ ਸਾਡੀ ਹਾਲਤ ਅੱਜ ਬਣੀ ਹੋਈ ਹੈ। ਇਹ ਜੇ ਇੱਥੇ ਦੀ ਹਾਲਤ ਨਾ ਹੁੰਦੀ ਤਾਂ ਕਰਨਾਟਕ ਦੇ ਕਾਲਜ ਵਿੱਚ ਸਾਡੀ ਸਿੱਖ ਬੀਬੀ ਨੂੰ ਦਸਤਾਰ ਬੰਨ੍ਹ ਕੇ ਜਾਣ ਤੋਂ ਰੋਕਿਆ ਨਾ ਜਾਂਦਾ। ਕਰਨਾਟਕ ਵਿੱਚ ਅੱਜ ਆਪ ਜੀ ਨੂੰ ਪਤਾ ਹੋਏਗਾ ਸੰਘਰਸ਼ ਚੱਲ ਰਿਹਾ ਹੈ। ਮੁਸਲਮਾਨ ਬੀਬੀਆਂ ਨੂੰ 1000 ਪਾਉਣ ਤੇ ਪਾਬੰਦੀ ਲਾਈ ਗਈ, ਔਰ ਕੱਲ ਦੀ ਖਬਰ ਦੇ ਵਿੱਚ ਇਹ ਸੀ ਵੀ ਸਿੱਖ ਬੀਬੀ ਦਸਤਾਰ ਸਜਾ ਕੇ ਗਈ, ਔਰ ਉਹਦੇ ਦਸਤਾਰ ਲਾਉਣ ਦੀ ਗੱਲ ਉਹਨਾਂ ਕੀਤੀ ਵੀ ਜੇ ਕਾਲਜ ਪੜ੍ਹਨਾ ਦਸਤਾਰ ਲਾ ਕੇ ਆਓ। ਬੰਗਲੌਰ ਦੇ ਕਾਲਜ ਦੀ ਗੱਲ ਹੈ। ਇਹ ਗੁਲਾਮੀ ਦਾ ਅਹਿਸਾਸ ਹੈ, ਇਹ ਗੁਲਾਮੀ ਹੈ, ਇਹਨੂੰ ਗੁਲਾਮੀ ਕਹਿੰਦੇ ਨੇ। ਜਦੋਂ ਤੁਹਾਡੀ ਮਰਜ਼ੀ ਦਾ ਪਹਿਨਣਾ ਨਾ ਹੋਵੇ, ਜਦੋਂ ਮਰਜ਼ੀ ਦਾ ਖਾਣਾ ਨਾ ਹੋਵੇ, ਤਾਂ ਮੇਰਾ ਕਹਿਣ ਦਾ ਮਕਸਦ ਸਿਰਫ ਇਹ ਹੈ ਵੀ ਆਜ਼ਾਦੀ ਦੀ ਲਈ ਚਿੰਗ ਉਦੋਂ ਫੁੱਟਦੀ ਹੈ ਜਦੋਂ ਗੁਲਾਮੀ ਦਾ ਅਹਿਸਾਸ ਅੰਦਰ ਹੋ ਜਾਏ। ਇਸ ਵਾਸਤੇ ਸਾਡੇ ਅੰਦਰ ਇਸ ਬੀਜ ਨੂੰ ਜਿਹੜਾ ਦੱਬਿਆ ਗਿਆ ਹੈ, ਕਿਤੇ ਨਾ ਕਿਤੇ ਪ੍ਰਫੁੱਲਤ ਕਰਨ ਦੀ ਲੋੜ ਪਏਗੀ, ਕਿਉਂਕਿ ਸਾਡੇ ਵਿਚਾਰਾਂ ਦੇ ਉੱਤੇ ਵੀ ਅੱਜ ਕਰਮ ਕਰ ਦਿੱਤਾ ਗਿਆ। ਕੋਈ ਬੰਦਾ ਕੋਈ ਸਿੱਖ ਬਿਆਨ ਦੇਵੇ 295 ਇਹ ਲਾ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਦਿਓ, ਔਰ 6 ਮਹੀਨੇ ਉਹਦੀ ਜ਼ਮਾਨਤ ਵੀ ਨਾ ਹੋਣ ਦਿਓ। ਇਹ ਗੁਲਾਮੀ ਬੋਲਣ ਦੇ ਉੱਤੇ ਵੀ ਹੈ। ਤਾਂ ਇਸ ਤਰ੍ਹਾਂ ਇਹ ਕੁਛ ਗੱਲਬਾਤ ਜਿਹੜੀ ਹੈ ਚੱਲਦੀ ਹੈ। ਇੱਕ ਮੈਸੇਜ ਆਇਆ ਮੇਰੇ ਕੋਲ, ਅਪਡੇਟ ਨਹੀਂ ਹੈ, ਵੀ ਇਹਨਾਂ ਨੇ ਕਿਹਾ ਵੀ ਅਮਤੇਸ਼ਵਰ ਕੌਰ ਜਿਹਨੂੰ ਰੋਕਿਆ ਗਿਆ ਸੀ, ਅੱਜ ਉਹ ਕਾਲਾ ਦਸਤਾਰ ਬੰਨ੍ਹ ਕੇ ਗਈ ਹੈ, ਮਸਲਾ ਹੱਲ ਹੋ ਗਿਆ ਹੋਏਗਾ। ਮੈਂ ਉਹਦੇ ਵੀ ਆਪ ਤੋਂ ਖਿਮਾ ਚਾਹੁੰਦਾ ਹਾਂ, ਕਿਉਂਕਿ ਮੇਰੇ ਕੋਲ ਅੱਜ ਲੇਟੈਸਟ ਅਪਡੇਟ ਇੱਥੇ 12 ਘੰਟਿਆਂ ਬਾਅਦ ਹੀ ਆਏਗੀ, ਜੋ ਇੰਡੀਆ ਤੋਂ ਬਾਅਦ। ਚੰਗੀ ਗੱਲ ਹੈ ਜੇ ਗਈ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅਮਰੀਕਾ ਦੇ ਵਿੱਚ ਭਾਰਤੀ ਜਿਹੜੇ ਸੀ ਬਹੁਤੇ ਕਰਕੇ 3 ਸਟੇਟ, ਕੈਲੀਫੋਰਨੀਆ, ਆਰੀਗੋਨ ਤੇ ਵਾਸ਼ਿੰਗਟਨ ਵਿੱਚ ਜ਼ਿਆਦਾ ਜਾ ਕੇ ਵਸੇ ਸੀ। ਹਾਲਾਂਕਿ ਮੈਨੂੰ ਤਾਂ ਸਟੇਟ ਦੇ ਪੂਰੇ ਨਾਮ ਵੀ ਨਹੀਂ ਆਉਂਦੇ, ਪਰ ਜੋ ਲਿਖੇ ਮਿਲਦੇ ਨੇ ਮੈਂ ਸਿਰਫ ਉਹੀ ਜ਼ਿਕਰ ਕਰ ਰਿਹਾ ਤੁਹਾਡੇ ਨਾਲ। ਕੈਲੀਫੋਰਨੀਆ ਸਟੇਟ, ਆਲੂਆਂ ਦੇ ਬਾਦਸ਼ਾਹ ਜਵਾਲਾ ਸਿੰਘ ਤੇ ਉਹਨਾਂ ਦੇ ਹਿੱਸੇਦਾਰ ਵਿਸਾਖਾ ਸਿੰਘ ਤੇ ਸੰਤੋਖ ਸਿੰਘ, ਤੇ ਕਾਰਖਾਨਿਆਂ ਵਿੱਚ ਕੰਮ ਕਰ ਰਹੇ ਸੋਹਣ ਸਿੰਘ ਭਕਨਾ, ਕੇਸਰ ਸਿੰਘ, ਪੰਡਿਤ ਕਾਂਸ਼ੀ ਰਾਮ ਤੇ ਹੋਰ ਕਿੰਨੇ ਭਾਰਤੀ ਕਾਫੀ ਰੁਪਈਆ ਕਮਾ ਰਹੇ ਸਨ। ਹੁਣ ਮੈਂ ਥੋੜਾ ਆਪਣੇ ਮੈਂ ਅੱਜ ਦਾ ਜਿਹੜਾ ਗੱਲ ਕੀਤੀ ਤੁਹਾਨੂੰ ਬੇਸ ਦੱਸ ਰਿਹਾ ਵੀ ਇਹ ਗਦਰ ਲਹਿਰ ਦਾ ਜਨਮ ਕਿਸ ਤਰ੍ਹਾਂ ਹੁੰਦਾ ਹੈ, ਵੀ ਕਿਵੇਂ ਸਿੱਖ ਉੱਥੇ ਗਏ, ਕਿਵੇਂ ਉਹ ਇਕੱਠੇ ਹੋਏ, ਕਿਵੇਂ ਉਹਨਾਂ ਅੰਦਰ ਇਹ ਜਜ਼ਬਾ ਜਾਗਿਆ। ਇਹ ਅੱਜ ਦਾ ਵਿਸ਼ਾ ਇਹ ਚੱਲ ਰਿਹਾ ਹੈ। ਥੋੜਾ ਗੱਲ ਕਰ ਰਹੇ ਹਾਂ ਕਿ ਸੋਹਣ ਸਿੰਘ ਜੀ ਭਕਨਾ ਵੀ ਇਸ ਲਹਿਰ ਦੇ ਵਿੱਚ ਬੜੇ ਅਹਿਮ ਰੋਲ ਪਲੇ ਕਰਨ ਵਾਲੇ ਹਨ। ਇਹ ਚੰਗੇ ਪੈਸੇ ਕਮਾ ਰਹੇ ਸੀ। ਉਹਨਾਂ ਆਪਣੇ ਆਲੇ ਦੁਆਲੇ ਜਦੋਂ ਦੇਖਿਆ, ਉਹਨਾਂ ਨੇ ਆਪਣੇ ਨਜ਼ਰ ਮਾਰੀ ਕਿ ਇਹਨਾਂ ਡਾਲਰਾਂ ਨਾਲ ਇੱਜ਼ਤ ਤੇ ਸਨਮਾਨ ਨਹੀਂ ਖਰੀਦਿਆ ਜਾ ਸਕਦਾ। ਡਾਲਰ ਤਾਂ ਆ ਗਏ ਹਨ, ਪੈਸਾ ਤਾਂ ਆ ਗਿਆ ਹੈ, ਪਰ ਇੱਜ਼ਤ ਤੇ ਉਹ ਸਨਮਾਨ ਨਹੀਂ ਖਰੀਦਿਆ ਜਾ ਸਕਦਾ। ਅੱਜ ਵੀ ਹਾਲਤ ਸਾਡੀ ਕੁਛ ਹੈ, ਅਸੀਂ ਪੈਸੇ ਨੂੰ ਪਹਿਲ ਦਿੱਤੀ ਹੈ, ਅਸੀਂ ਆਪਣੀ ਇੱਜ਼ਤ ਨੂੰ ਪਹਿਲ ਨਹੀਂ ਦਿੱਤੀ। ਅੱਜ ਅਸੀਂ ਇੱਜ਼ਤ ਵੇਚ ਕੇ ਪੈਸਾ ਕਮਾਉਣ ਵਿੱਚ ਆਪਣਾ ਮਾਣ ਸਮਝਦੇ ਹਾਂ, ਪਰ ਉਸ ਵੇਲੇ ਜਦੋਂ ਉਹਨਾਂ ਨੇ
ਉਹਨਾਂ ਸਾਡੇ ਤੇ ਉਹਨਾਂ ਦੀ ਸੋਚਣੀ ਤੇ ਇੰਨਾ ਹੀ ਫਰਕ ਸੀ। ਉਹਨਾਂ ਨੇ ਦੇਖਿਆ ਵੀ ਪੈਸਾ ਆ ਗਿਆ, ਆਲੂਆਂ ਦੇ ਬਾਦਸ਼ਾਹ ਸੀ, ਆਲੂ ਸ਼ੁਰੂ ਕੀਤੇ ਬੀਜਣੇ, ਆਲੂਆਂ ਦੇ ਉਹ ਖੇਤੀ ਦੀ ਕੀਤੀ, ਉਹ 'ਚ ਪੈਸਾ ਆ ਗਿਆ ਤੇ ਪੈਸੇ ਵੀ ਕਮਾ ਰਹੇ ਸੀ, ਪਰ ਥਾਂ ਥਾਂ ਤੇ ਬੇਇੱਜ਼ਤ ਕੀਤੇ ਜਾਂਦੇ, ਧਰਕਾਰੇ ਜਾਂਦੇ, ਹੋਟਲਾਂ ਤੇ, ਗੱਡੀਆਂ ਦੇ ਵਿੱਚ, ਟ੍ਰੇਨਾਂ ਦੇ ਵਿੱਚ, ਪਾਰਕਾਂ ਤੇ ਸਿਨੇਮਿਆਂ ਦੇ ਅੰਦਰ ਉਹਨਾਂ ਦੇ ਨਾਲ ਉਹ ਸਲੂਕ ਨਹੀਂ ਸੀ ਕੀਤਾ ਜਾਂਦਾ ਜੋ ਗੋਰਿਆਂ ਦੇ ਨਾਲ ਕੀਤਾ ਜਾਂਦਾ ਸੀ। ਹਰ ਥਾਂ ਲਿਖਿਆ ਹੋਇਆ ਮਿਲਦਾ ਸੀ, ਹਿੰਦੁਸਤਾਨ ਤੇ ਕੁੱਤਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ, ਹਿੰਦੁਸਤਾਨੀਆਂ ਤੇ ਕੁੱਤਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ। ਇਹ ਲਿਖਿਆ ਮਿਲਦਾ ਸੀ ਉਸ ਵੇਲੇ, ਕਿਤਾਬਾਂ 'ਚ ਲਿਖੀਆਂ ਹੋਈਆਂ ਚੀਜ਼ਾਂ ਇਤਿਹਾਸ 'ਚ ਮਿਲਦੀਆਂ ਨੇ। ਗੋਰੀ ਚਮੜੀ ਵਾਲੇ ਨੇ ਸੋਹਣ ਸਿੰਘ ਭਗਣਾ ਦੇ ਨਾਲ ਇੱਕ ਮੇਜ਼ ਤੇ ਬਹਿ ਕੇ ਰੋਟੀ ਖਾਣ ਤੋਂ ਇਨਕਾਰ ਕਰਤਾ। ਇੱਕ ਗੋਰੀ ਚਮੜੀ ਵਾਲੇ, ਜਿਹਨੂੰ ਅਸੀਂ ਗੋਰੇ ਕਹਿ ਦਿੰਦੇ ਹਾਂ, ਉਹਨਾਂ ਨੇ ਸੋਹਣ ਸਿੰਘ ਭਗਣਾ ਦੇ ਨਾਲ ਰੋਟੀ ਬਹਿਣ ਤੇ ਇੱਕ ਮੇਜ਼ ਇਨਕਾਰ ਕਰਤਾ। ਇੱਕ ਹੋਰ ਨੇ ਕੇਸਰ ਸਿੰਘ ਜੀ ਨੂੰ ਆਖਤਾ ਵੀ ਤੁਸੀਂ ਨੌਕਰੀ ਨਹੀਂ, ਗੋਲੀ ਦੇ ਹੱਕਦਾਰ ਹੋ, ਭਾਰਤ ਤਾਂ ਗੋਲੀ ਵੱਜਣੀ ਚਾਹੀਦੀ ਹੈ। ਕੋਈ ਹੋਰ ਉਹਨਾਂ ਪਾਸੋਂ ਭਾਰਤ ਦੀ ਆਬਾਦੀ ਪੁੱਛਦੇ ਸਨ, ਜਵਾਬ ਵਿੱਚ ਮਿਲਦੇ ਹੀ ਉਹ ਤਾਨੇ ਮਾਰਦੇ ਸੀ ਕਿ 30 ਕਰੋੜ, ਤੁਸੀਂ ਆਦਮੀ ਹੋ ਕਿ ਭੇਡਾਂ ਹੋ? ਵੀ ਭੇਡਾਂ ਰਹਿੰਦੇ ਆ ਕਿ ਆਦਮੀ ਰਹਿੰਦੇ? 30 ਕਰੋੜ ਦੀ ਆਬਾਦੀ ਉਸ ਵੇਲੇ ਇੰਨੀ ਕੀ ਹੋਏਗੀ ਜਿਹੜੀ ਆਬਾਦੀ ਦੀ ਗੱਲ ਕਰਦੇ? ਜਦੋਂ 30 ਕਰੋੜ ਦੀ ਗੱਲ ਸੁਣਦੇ ਤਾਂ ਉਹਨਾਂ ਨੂੰ ਭੇਡਾਂ ਕਹਿੰਦੇ। ਕਹਿ ਲਓ ਵੀ ਇੰਨਾ ਜ਼ਿਲਤ ਭਰਿਆ ਜਾਂ ਬੇਇੱਜ਼ਤੀ ਵਾਲਾ ਵਰਤਾਓ ਜਿਹੜਾ ਸੀ, ਰੋਜ਼ ਦੀ ਗੱਲ ਬਣ ਗਿਆ ਸੀ। ਇਹਦਾ ਕੋਈ ਸ਼ੱਕ ਨਹੀਂ ਕਿ ਮਜ਼ਦੂਰ ਲਹਿਰ ਦੇ ਅੰਦਰ ਬਾਹਰ ਕਈ ਡੈਮੋਕ੍ਰੇਸੀ ਪਸੰਦ ਅਮਰੀਕਨ ਵੀ ਸਨ, ਇਹ 'ਚ ਕੋਈ ਸ਼ੱਕ ਨਹੀਂ ਹੈ, ਜਿਨ੍ਹਾਂ ਨੂੰ ਇਨਸਾਨੀਅਤ ਦਾ ਵਧੇਰੇ ਪਤਾ ਸੀ, ਲਿਹਾਜ਼ ਸੀ, ਪਰ ਉਹ ਵੀ ਇਸ ਨਫ਼ਰਤ ਭਰੇ ਜਿਹੜਾ ਵਰਤਾਓ ਕੀਤਾ ਜਾਂਦਾ ਸੀ ਉਹਦੀ ਸਫਾਈ ਦੇਣ ਤੋਂ ਬਾਅਦ ਹੋਰ ਕੁਝ ਵੀ ਨਹੀਂ ਸੀ ਕਰਦੇ। ਹਾਂ ਨਹੀਂ ਇਸ ਤਰ੍ਹਾਂ ਹੋ ਜਾਂਦਾ, ਨਹੀਂ ਕੁਝ ਨਹੀਂ ਹੋਇਆ, ਇਸ ਤਰ੍ਹਾਂ ਗੱਲ ਕਰਕੇ ਉਸ ਗੱਲ ਨੂੰ ਟਾਲ ਦਿੱਤਾ ਜਾਂਦਾ ਸੀ। ਅਮਰੀਕਨ ਗੁਲਾਮੀ ਨਾਲ ਨਫ਼ਰਤ ਕਰਦੇ ਸਨ ਤੇ ਕਹਿੰਦੇ ਤੁਸੀਂ ਵੀ ਗੁਲਾਮ ਹੋ, ਅੱਗੋਂ ਇਹ ਕਹਿੰਦੇ ਵੀ ਤੁਸੀਂ ਵੀ ਗੁਲਾਮ ਹੀ ਹੋ, ਗੁਲਾਮਾਂ ਦਾ ਇਹੋ ਵਰਤਾਓ ਹੁੰਦਾ। ਥੋੜਾ ਜਿਹਾ ਅਸੀਂ ਇਹ ਕਹਿ ਲਈਏ, ਉਹ ਜੇ ਹਿੰਦੁਸਤਾਨ ਨੂੰ ਆਪਣਾ ਦੋਸਤ ਬਣਾਉਣ ਦੇ ਵਿੱਚ ਝਿਜਕ ਕੇ ਕਹਿ ਲਓ, ਝਿਜਕ ਮਹਿਸੂਸ ਕਰਦੇ ਸੀ ਵੀ ਕਹਿਣਾ ਫਰੈਂਡ, ਯੂ ਆਰ ਮਾਈ ਫਰੈਂਡ, ਇਹਦੇ 'ਚ ਵੀ ਥੋੜਾ ਜਿਹਾ ਝਿਜਕ ਮਹਿਸੂਸ ਕਰਦੇ ਸੀ। ਮਤਲਬ ਸਾਡੇ ਹਾਲਾਤ ਇੱਥੇ ਸੀ ਉਸ ਵੇਲੇ ਜਿਹੜੀ ਗੱਲ ਕਰ ਰਹੇ ਹਾਂ, ਜਦੋਂ ਇਹ ਲਹਿਰ ਦਾ ਜਨਮ ਕਿਹਨਾਂ ਗੱਲਾਂ ਵਿੱਚੋਂ ਹੁੰਦਾ। ਬਸ ਕੌੜੀ ਗੱਲ ਜਿਹੜੀ ਉਦੋਂ ਤੱਕ ਪੈਸੇ ਦੇ ਲਾਲਚ ਵਿੱਚ ਉਹਨਾਂ ਨੇ ਅੱਖਾਂ ਤੋਂ ਓਹਲੇ ਕਰ ਰੱਖੀ ਸੀ, ਹੁਣ ਭਾਰਤੀਆਂ ਦੀ ਜ਼ਿੰਦਗੀ 'ਚ ਸਭ ਤੋਂ ਵੱਡੀ ਸੱਚਾਈ ਬਣ ਗਈ ਕਿ ਉਹ ਅਸੀਂ ਹਮੇਸ਼ਾ ਲਈ ਉਹਨਾਂ ਦੇ ਦਿਲਾਂ ਤੇ ਉਕਰੀ ਗਈ ਵੀ ਅਸੀਂ ਇੱਕ ਗੁਲਾਮ ਦੇਸ਼ ਦੇ ਵਸਨੀਕ ਹਾਂ। ਇਹ ਗੱਲ ਜਿਹੜੀ ਸੀ, ਇਹ ਹੁਣ ਜਦੋਂ ਇਹੋ ਜਿਹਾ ਵਰਤਾਅ ਹੋਇਆ ਤਾਂ ਉਹਨਾਂ ਦੇ ਮਨ 'ਚ ਗੱਲ ਜਿਹੜੀ ਉਕਰ ਗਈ ਵੀ ਅਸੀਂ ਇੱਕ ਗੁਲਾਮ ਦੇਸ਼ ਦੇ ਵਸਨੀਕ ਹਾਂ। ਕੈਨੇਡਾ ਵਿੱਚ ਵੀ ਇਹੀ ਹਾਲ ਸੀ। ਕੈਨੇਡੀਅਨ ਹਕੂਮਤ ਨੇ ਇਸ ਝਗੜੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਬਿਮਾਰੀ ਦੇ ਘਰ ਹੰਡੂਰਾ ਦੇ ਟਾਪੂਆਂ ਦੀ ਬੜੀ ਜਿਵੇਂ ਕਿ ਇਸ਼ਤਿਹਾਰਬਾਜ਼ੀ ਕੀਤੀ ਕਿ ਇਸ ਧਰਤੀ ਤੇ ਸਭ ਤੋਂ ਵਧੀਆ ਥਾਂ ਹੈ। ਉਹ ਚਾਹੁੰਦੀ ਸੀ ਕਿ ਕੈਨੇਡਾ ਦੇ ਭਾਰਤੀ ਜਿਹੜੇ ਆ ਇਹਨਾਂ ਟਾਪੂਆਂ ਚਲੇ ਜਾਣ, ਇਹਨਾਂ ਟਾਪੂਆਂ ਜਾ ਕੇ ਬਸ। ਕੈਨੇਡਾ ਇਹ ਚਾਹੁੰਦੇ ਸੀ। ਸਾਹਿਬ ਭਗਵਾਨ ਸਿੰਘ, ਸਾਹਿਬ ਬਲਵੰਤ ਸਿੰਘ, ਸੰਤ ਤੇਜਾ ਸਿੰਘ, ਇਹਨਾਂ ਦੀ ਅਗਵਾਈ 'ਚ ਇੱਕ ਡੈਪੂਟੇਸ਼ਨ ਉੱਥੇ ਗਿਆ ਤੇ ਉੱਥੇ ਟਾਪੂਆਂ ਦੇ ਮਜ਼ਦੂਰਾਂ ਨੂੰ ਮਿਲਿਆ। ਉਹਨਾਂ ਨੇ ਇਸ ਬਰਤਾਨਵੀ ਵਹਿਸ਼ਤ ਜਿਹੜੀ ਸੀ, ਜਿਹਨੂੰ ਇਹ ਕਹਿ ਲਈਏ ਵੀ ਇੱਕ ਜਾਂ ਬਹਿਸ਼ਤ ਕਹਿ ਲਈਏ, ਬਰਤਾਨਵੀ ਬਹਿਸ਼ਤ, ਬਰਤਾਨਵੀ ਸਵਰਗ ਲਫ਼ਜ਼ਾਂ 'ਚ ਮੈਂ ਕਹਿ ਰਹਾ ਵੀ ਬਰਤਾਨਵੀ ਸਵਰਗ ਦਾ ਇੱਕ ਨਿਰਾਪੁਰਾ ਨਰਕ ਜਾ ਕੇ ਸਾਹਮਣੇ ਦੇਖਿਆ ਤੇ ਸਰਕਾਰੀ ਧਮਕੀਆਂ ਤੇ ਰਿਸ਼ਵਤਾਂ ਦੇ ਬਾਵਜੂਦ ਵੀ ਜੀ ਉਹਨਾਂ ਨੇ ਆਪਣੇ ਭਰਾਵਾਂ ਨੂੰ ਸਾਰੀ ਸੱਚਾਈ ਦੱਸ ਦਿੱਤੀ। ਹਿੰਦੁਸਤਾਨੀਆਂ ਨੇ ਸਰਕਾਰੀ ਖਰਚ ਤੇ ਜੋ ਉਂਝ ਹੰਡੂਰਾ ਵਿੱਚ ਵਸਣ ਤੋਂ ਜਾ ਕੇ ਇਨਕਾਰ ਕਰ ਦਿੱਤਾ। ਉਹਨਾਂ ਕਹਿੰਦੇ ਸੀ ਤੁਹਾਡੀ ਹੈਲਪ ਵੀ ਕਰਾਂਗੇ, ਤੁਹਾਨੂੰ ਖਰਚਾ ਵੀ ਦਿਆਂਗੇ, ਤੁਸੀਂ ਉੱਥੇ ਜਾਓ, ਉੱਥੇ ਜਾ ਕੇ ਬਸ ਜਾਓ, ਉੱਥੇ ਤੁਹਾਡਾ ਸਲੂਕ ਵੀ ਇਹੋ ਜਿਹਾ ਨਹੀਂ ਹੋਏਗਾ। ਪਰ ਇਹ ਭਾਰਤੀਆਂ ਨੇ ਵਸਣ ਤੋਂ ਇਨਕਾਰ ਕਰ ਦਿੱਤਾ। ਇਹ ਚਾਲ ਫੇਲ ਹੋਣ ਤੋਂ ਬਾਅਦ ਕੈਨੇਡੀਅਨ ਹਕੂਮਤ ਨੇ ਕੈਨੇਡਾ ਵਿੱਚ ਦਾਖਲੇ ਸੰਬੰਧੀ 1910 ਦੇ ਕਾਨੂੰਨ ਪਾਸ ਕੀਤੇ। ਇਸ ਅਨੁਸਾਰ ਹੁਣ ਕੋਈ ਏਸ਼ੀਆਈ ਮੁਲਕਾਂ ਦਾ ਰਹਿਣ ਵਾਲਾ ਜੇ ਉਹਦੇ ਕੋਲ $200 ਨਾ ਹੋਣ ਤਾਂ ਆਪਣੀ ਦੇਸ਼ ਭੂਮੀ ਤੋਂ ਕੈਨੇਡਾ ਤੱਕ ਟਿਕਟ ਲੈ ਕੇ ਸਿੱਧਾ ਲਗਾਤਾਰ ਸਫ਼ਰ ਕਰਕੇ ਨਾ ਆਇਆ ਹੋਵੇ ਤਾਂ ਕੈਨੇਡਾ ਦੇ ਅੰਦਰ ਨਹੀਂ ਸੀ ਜਾ ਸਕਦਾ। ਵੀ ਡਾਇਰੈਕਟ ਉੱਥੋਂ ਚਾਹੀਦਾ ਸਿੱਧਾ ਆਪਣੇ ਇੰਡੀਆ ਤੋਂ ਚੱਲੇ ਤੇ ਕੈਨੇਡਾ ਪਹੁੰਚੇ। ਹਵਾਈ ਜਹਾਜ਼ ਤਾਂ ਸ਼ਾਇਦ ਉਦੋਂ ਹੁੰਦੇ ਨਹੀਂ ਹੋਣਗੇ ਜਾਂ ਫਲਾਈਟਸ ਇਹ ਤਾਂ ਨਹੀਂ ਹੁੰਦੀਆਂ, ਸਮੁੰਦਰੀ ਜਹਾਜ਼ ਚੱਲਦੇ ਸਨ। ਸਾਫ਼ ਇਹ ਸੀ
ਕਿ ਕਾਨੂੰਨ ਖਾਸ ਕਰਕੇ ਇਹ ਕਾਨੂੰਨ ਜਿਹੜਾ ਸੀ ਇਹ ਭਾਰਤੀਆਂ ਦੇ ਲਈ ਬਣਾਇਆ ਗਿਆ। ਉਹੀ ਬਦਕਿਸਮਤ ਗੁਲਾਮ ਸਨ ਜਿਨ੍ਹਾਂ ਦੀ ਨਾ ਕੋਈ ਆਪਣੀ ਆਜ਼ਾਦ ਹਕੂਮਤ ਸੀ, ਨਾ ਹੀ ਉਹਨਾਂ ਦੀ ਕੋਈ ਜਹਾਜ਼ ਦੀ ਕੋਈ ਆਵਾਜਾਈ ਦਾ ਕੋਈ ਆਪਣਾ ਪ੍ਰਬੰਧ ਸੀ। ਇਸ ਕਰਕੇ ਉਹਨਾਂ ਦੇ ਉੱਤੇ ਇਹਦੀ ਮਾਰ ਪੈਣਾ ਇਸ ਕਾਨੂੰਨ ਦੀ ਸਭ ਤੋਂ ਜ਼ਿਆਦਾ ਜੀ ਸ਼ੁਰੂ ਹੋ ਗਈ। ਤਾਂ ਭਾਰਤੀਆਂ ਦੇ ਦਿਲਾਂ 'ਚ ਇੱਕ ਗੁਲਾਮ ਦੇਸ਼ ਵਿੱਚ ਜੰਮੇ ਹੋਣ ਦੀ ਅੱਤ ਦੀ ਇੱਕ ਨਮੋਸ਼ੀ ਜੀ ਅੰਦਰ ਆ ਗਈ। ਇਸ ਲਈ ਆਜ਼ਾਦ ਅਮਰੀਕੀ ਡੈਮੋਕ੍ਰੇਸੀ ਦੀਆਂ ਜਿਹੜੀਆਂ ਲੋਕਤੰਤਰ ਦੀਆਂ ਖੂਬੀਆਂ ਨੇ ਉਹਨਾਂ ਨੂੰ ਹੋਰ ਵੀ ਖਿੱਚ ਪਾਉਣੀ ਸ਼ੁਰੂ ਕਰ ਦਿੱਤੀ। ਇੱਕ ਡੈਮੋਕ੍ਰੇਸੀ, ਰਾਜਸੀ ਬਰਾਬਰੀ, ਆਮ ਸ਼ਹਿਰੀ ਦੇ ਹੱਕ ਲਈ ਸਤਿਕਾਰ, ਆਜ਼ਾਦੀ ਦਾ ਵਾਤਾਵਰਨ, ਆਪਣੇ ਦੇਸ਼ ਵਿੱਚ ਪੁਲਿਸ ਦੇ ਖਾਧੀਆਂ ਮਾਰਾਂ, ਛਾਂਟੇ, ਡੰਡੇ, ਬੈਂਤਾਂ ਦੀਆਂ ਸੱਟਾਂ, ਪੰਜਾਬੀ ਮਜ਼ਦੂਰਾਂ ਨੇ ਰਾਜ ਪ੍ਰਬੰਧ ਦੇ ਤਰੀਕਿਆਂ ਦੇ ਵਿੱਚ ਇਹ ਮਨੁੱਖ ਦੀ ਸਭ ਤੋਂ ਵੱਡੀ ਸਫਲਤਾ ਵੇਖੀ ਵੀ ਰਾਜ ਪ੍ਰਬੰਧ ਦੇ ਵਿੱਚ ਕਿੱਦਾਂ ਅਸੀਂ ਵੜ ਸਕਦੇ ਹਾਂ, ਕਿਸ ਤਰ੍ਹਾਂ ਦੀ ਸਫਲਤਾ ਜਿਹੜੀ ਅਸੀਂ ਕਰ ਸਕਦੇ ਹਾਂ। ਇਹ ਕਹਿ ਲਈ ਵੀ ਇੱਕ ਤਰ੍ਹਾਂ ਦੀ ਜੋਤ ਜਿਹੜੀ ਸੀ ਉਹ ਜਾਗ ਗਈ। ਗੁਲਾਮ ਹੋਣ ਦੀ ਕੌਮੀ ਬੇਇੱਜ਼ਤੀ ਦੇ ਸੋਝੀ ਦੇ ਨਵੇਂ ਲੱਭੇ ਇਸ ਆਦਰਸ਼ਾਂ ਵਿੱਚ ਇੱਕ ਨਵੀਂ ਜਾਗਰਤੀ ਪੈਦਾ ਹੋ ਗਈ। ਇੱਕ ਨਵੀਂ ਜਾਗਰਤੀ ਜਿਹੜਾ ਸੀ ਪੈਦਾ ਹੋਈ। ਉਹਨਾਂ ਆਪਣੇ ਆਲੇ ਦੁਆਲੇ ਨਜ਼ਰ ਮਾਰੀ, ਚੀਨ, ਤੁਰਕੀ, ਮਿਸਰ, ਆਇਰਲੈਂਡ ਆਜ਼ਾਦੀ ਦੀਆਂ ਨਵੀਆਂ ਮਹਾਨ ਲਹਿਰਾਂ ਨੂੰ ਉੱਠਦਿਆਂ ਵੇਖਿਆ। ਉਹਨਾਂ ਨੇ ਇਨਕਲਾਬ ਪਸੰਦ ਵਿਦਵਾਨਾਂ ਵਿੱਚ ਲਾਲਾ ਹਰਦਿਆਲ, ਬਰਕਤੁੱਲਾ ਤੇ ਹੋਰ ਜਿਹੜੇ ਉਦੋਂ ਤੱਕ ਆਪਣੇ ਧੜਿਆਂ ਦੀ ਇੱਕ ਤੰਗ ਦੁਨੀਆ ਦੇ ਵਿੱਚ ਬੰਦ ਸਨ, ਉਹਨਾਂ ਨੇ ਅੰਧਾ ਧੁੰਦ ਯੁੱਗ ਬਲਟਾਊ ਰੁਚੀਆਂ ਤਾਂ ਰੱਖਦੇ ਸਨ, ਜਿਹਨੂੰ ਅਨਾਰਕਿਸਟ ਅਸੀਂ ਕਹਿ ਦਿੰਦੇ ਹਾਂ। ਪਹਿਲੀ ਵਾਰੀ ਪੰਜਾਬੀ ਮਜ਼ਦੂਰ ਜਨਤਾ ਦੀ ਨਿਰੋਈ ਉਹਨਾਂ ਨੂੰ ਛੂਹ ਜਿਹੀ ਲੱਗੀ। ਜਲਦੀ ਗੁਰਦੁਆਰੇ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਤੇ ਵੈਨਕੂਵਰ ਕੈਨੇਡਾ ਦੇ ਵਿੱਚ ਇੱਕ ਨਵੀਂ ਜਾਗਰਤੀ ਤੇ ਰਾਜਸੀ ਸਰਗਰਮੀ ਦੇ ਇੱਕ ਕੇਂਦਰ ਸੈਂਟਰ ਬਣ ਗਏ। ਸਟਾਕਟਨ ਅੱਜ ਵੀ ਉੱਥੇ ਪ੍ਰੈਸ ਹੈ ਜਿਹੜੀ ਮੈਂ ਅੱਗੇ ਜਾ ਕੇ ਜ਼ਿਕਰ ਕਰਾਂਗਾ, ਜਿਹੜੀ ਗਦਰ ਪਾਰਟੀ ਦੇ ਵੇਲੇ ਪ੍ਰੈਸ ਸੀਗੀ ਜਿੱਥੇ ਪੈਫਲੇਟ ਛਪਦੇ ਸੀ, ਅੱਜ ਵੀ ਉਹ ਸਟਾਕਟਨ ਦੇ ਵਿੱਚ ਸੰਭਾਲੀ ਹੋਈ ਹੈ ਤੇ ਉਹਦਾ ਜ਼ਿਕਰ ਅੱਗੇ ਜਾ ਕੇ ਆਏਗਾ, ਜਿੱਥੇ ਉਹ ਪੈਫਲੇਟ ਦੇ ਛੋਟੇ ਛੋਟੇ ਜਾ ਕੇ ਵੰਡੇ ਜਾਂਦੇ ਸਨ। ਤੋ ਇਹ ਫਿਰ ਰਾਜਨੀਤਿਕ ਸਰਗਰਮੀਆਂ ਦੇ ਕੇਂਦਰ ਬਣ ਗਏ। ਕੈਲੀਫੋਰਨੀਆ ਦੇ ਖੇਤਾਂ ਦੇ ਵਿੱਚ, ਆਰੀਗਨ ਤੇ ਵਾਸ਼ਿੰਗਟਨ ਦੇ ਕਾਰਖਾਨਿਆਂ ਦੇ ਵਿੱਚ ਜਿਨ੍ਹਾਂ ਵਿੱਚ ਹਜ਼ਾਰਾਂ ਮੀਲਾਂ ਦੀ ਆਪੋ ਜੀ ਦੂਰੀ ਵੀ ਸੀ, ਇੱਕ ਨਵਾਂ ਖਿਆਲ ਜਿਹੜਾ ਸੀ ਉਹ ਜਨਮ ਲੈਣ ਲੱਗ ਪਿਆ। ਬਰਤਾਨਵੀ ਰਾਜ ਦੇ ਖਿਲਾਫ ਬਗਾਵਤ ਦਾ ਖਿਆਲ, ਉਹ ਖਿਆਲ ਸੀ ਬਰਤਾਨਵੀ ਰਾਜ ਦੇ ਵਿਰੁੱਧ ਬਗਾਵਤ ਦਾ ਖਿਆਲ। ਥੋੜੇ ਚਿਰ ਵਿੱਚ ਇਸ ਕੌਮੀ ਜਾਗਰਤੀ ਨੂੰ ਇੱਕ ਜਥੇਬੰਦੀ ਤੇ ਇੱਕ ਲਹਿਰ ਵਿੱਚ ਇਕਮੁੱਠ ਕਰਨ ਦੀ ਲੋੜ ਜਿਹੜੀ ਸੀ ਜਾਪਣ ਲੱਗੀ। ਤੋ ਇਸ ਖਿਆਲ ਨੇ, ਇਸ ਵਿਚਾਰ ਨੇ, ਇਸ ਗੁਲਾਮੀ ਦੇ ਜਿਹੜੇ ਅੰਦਰਲੀ ਗੁਲਾਮੀ ਦੇ ਖਿਆਲ ਨੇ ਵੀ ਅਸੀਂ ਗੁਲਾਮਾਂ ਦੀ ਜ਼ਿੰਦਗੀ ਜਿਉ ਰਹੇ ਹਾਂ, ਭਾਵੇਂ ਉਹ ਕੈਨੇਡਾ ਦੇ ਵਿੱਚ ਸਨ ਤੇ ਭਾਵੇਂ ਅਮਰੀਕਾ ਦੇ ਵਿੱਚ ਸਨ ਤੇ ਭਾਵੇਂ ਹੋਰ ਥਾਈਂ ਸਿੱਖ ਵੱਸਦੇ ਸਨ, ਉਹਨਾਂ ਨੇ ਇੱਕ ਆਰਗੇਨਾਈਜੇਸ਼ਨ, ਇੱਕ ਜਥੇਬੰਦੀ, ਇੱਕ ਲਹਿਰ ਬਣਾਉਣ ਦਾ ਲੋੜ ਮਹਿਸੂਸ ਕੀਤੀ ਵੀ ਅਸੀਂ ਇੱਕ ਲਹਿਰ ਬਣਾਈਏ ਤੇ ਉਸ ਲਹਿਰ ਦੇ ਵਿੱਚੋਂ ਅਸੀਂ ਕੁਝ ਆਜ਼ਾਦੀ ਦੀ ਗੱਲ ਕਰ ਸਕੀਏ, ਲੜਾਈ ਲੜ ਸਕੀਏ, ਤਦ ਕਿ ਸਾਨੂੰ ਇਹਨਾਂ ਦੀਆਂ ਮਾਰਾਂ, ਇਹਨਾਂ ਦੀਆਂ ਸੱਟਾਂ, ਇਹ ਮਾਨਸਿਕ ਤੇ ਸਰੀਰਕ ਗੁਲਾਮੀ ਦੋਨਾਂ ਚੋਂ ਬਾਹਰ ਕਿਵੇਂ ਨਿਕਲਣਾ ਹੈ, ਇਹ ਅੰਦਰ ਵਿਚਾਰ ਸੀ ਕੰਮ ਕਰਨ ਲੱਗ ਪਿਆ। ਇੱਕ ਮਾਨਸਿਕ ਗੁਲਾਮੀ ਸੀ, ਇੱਕ ਸਰੀਰਕ ਗੁਲਾਮੀ ਸੀ। ਸਰੀਰਕ ਗੁਲਾਮੀ, ਮਾਫ ਕਰਨਾ, ਸਰੀਰਕ ਗੁਲਾਮੀ ਤਾਂ ਤਲਵਾਰ ਦੇ ਜ਼ੋਰ ਨਾਲ, ਗੋਲੀਆਂ ਦੇ ਜ਼ੋਰ ਨਾਲ, ਡਾਂਗ ਦੇ ਜ਼ੋਰ ਨਾਲ ਮਨੁੱਖ ਲਾ ਸਕਦਾ ਹੈ, ਪਰ ਮਾਨਸਿਕ ਗੁਲਾਮੀ ਨਾ ਤਲਵਾਰ ਨਾਲ ਉਤਰਦੀ ਹੈ, ਨਾ ਗੋਲੀ ਦੀ ਨੋਕ ਵਿੱਚੋਂ, ਬੰਦੂਕ ਦੀ ਨੋਕ ਵਿੱਚੋਂ ਨਿਕਲਦੀ ਹੈ, ਨਾ ਹੀ ਤਲਵਾਰ ਦੀ ਨੋਕ ਨਾਲ ਚੱਲਦੀ ਹੈ, ਨਾ ਬੰਦੂਕ ਦੀ ਗੋਲੀ ਨਾਲ ਬਦਲ ਸਕਦੀ ਹੈ। ਮਾਨਸਿਕ ਗੁਲਾਮੀ ਜਿਹੜੀ ਹੈ ਇਹਨਾਂ ਨਾਲ ਨਹੀਂ ਨਿਕਲਦੀ। ਮਾਨਸਿਕ ਗੁਲਾਮੀ ਦੇ ਲਈ ਮਨੁੱਖ ਦੀ ਮਾਨਸਿਕਤਾ ਨੂੰ ਬਦਲਣਾ ਪੈਂਦਾ ਹੈ। ਜਦ ਤੱਕ ਮਨੁੱਖ ਦੀ ਸੋਚ ਨਹੀਂ ਬਦਲਦੀ, ਜਦ ਤੱਕ ਉਹਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ, ਜਦ ਤੱਕ ਉਹ ਮਨੁੱਖ ਮਾਨਸਿਕ ਤੌਰ ਤੇ ਸੋਚਦਾ ਨਹੀਂ ਵੀ ਮੈਂ ਗੁਲਾਮ ਹਾਂ ਤੇ ਮੈਨੂੰ ਆਜ਼ਾਦੀ ਚਾਹੀਦੀ ਹੈ, ਉਦੋਂ ਤੱਕ ਮਾਨਸਿਕ ਗੁਲਾਮੀ ਨੂੰ ਗਲੋਂ ਨਹੀਂ ਲਾਇਆ ਜਾ ਸਕਦਾ। ਇਹੋ ਹੀ ਕਾਰਨ ਸੀ ਕਿ ਗੁਰੂ ਸਾਹਿਬ ਜੀ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡ ਰਿਹਾ, ਕੂੜ ਮਾਵਸ ਚੰਦ ਚੰਦਰਮਾ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਉਹ ਭਾਗ ਗੁਨੀ ਹੋਈ ਅੰਧੇਰੇ ਰਾਹ ਨਾ ਕੋਈ ਦੀ ਗੱਲ ਕਹਿ ਕੇ ਸਾਨੂੰ ਇਸ ਮਾਨਸਿਕ ਗੁਲਾਮੀ ਦਾ ਅਹਿਸਾਸ ਕਰਾਇਆ ਸੀ। ਤਾਂ ਇਸ ਮਾਨਸਿਕ ਗੁਲਾਮੀ ਨੂੰ ਗਲੇ ਲਾਉਣ ਦੇ ਲਈ ਇਹਨਾਂ ਸਿੱਖਾਂ ਦੇ ਅੰਦਰ ਜਿਹੜੇ ਗੁਲਾਮੀ ਦੀ ਜ਼ਿੰਦਗੀ ਜਿਉ ਰਹੇ ਸਨ, ਭਾਵੇਂ ਪੈਸੇ ਵੀ ਕਮਾਉਣ ਲੱਗ ਪਏ,
ਧਨਾੜ ਵੀ ਕੁਝ ਬਣੇ, ਪਰ ਉਹਨਾਂ ਨੇ ਇਹ ਗੱਲ ਮਹਿਸੂਸ ਕਰ ਲਈ ਕਿ ਰੁਪਈਏ ਪੈਸੇ ਦੇ ਨਾਲ ਜਾਂ ਇੱਜ਼ਤ ਵੇਚ ਕੇ ਆਪਣੀ ਅਰਖ ਨੂੰ ਵੇਚ ਕੇ ਅਗਰ ਰੁਪਈਆ ਪੈਸਾ ਕਮਾ ਵੀ ਲਿਆ ਤਾਂ ਉਹਦੀ ਕੋਈ ਕੀਮਤ ਨਹੀਂ, ਕੋਈ ਵੈਲਿਊ ਨਹੀਂ। ਸਾਨੂੰ ਇੱਜ਼ਤ ਚਾਹੀਦੀ ਹੈ, ਮਾਣ ਚਾਹੀਦਾ ਹੈ। ਤਾਂ ਉਹ ਇੱਜ਼ਤ ਮਾਣ ਦਾ ਅਹਿਸਾਸ ਜਦੋਂ ਅੰਦਰ ਪੈਦਾ ਹੋਇਆ, ਉਹਦੇ ਵਿੱਚੋਂ ਫਿਰ ਇੱਕ ਨਵੀਂ ਜਾਗਰਤੀ, ਇੱਕ ਨਵੀਂ ਜਥੇਬੰਦੀ, ਇੱਕ ਲਹਿਰ ਜਿਹੜੀ ਸੀ, ਉਹ ਇੱਕ ਲੋੜ ਮਹਿਸੂਸ ਹੋਈ। ਤੇ ਉਸ ਲਹਿਰ ਦਾ ਨਾਂ ਗਦਰ ਪਾਰਟੀ ਹੈ। ਉਸ ਲਹਿਰ ਦਾ ਨਾਂ ਗਦਰ ਲਹਿਰ ਹੈ, ਗਦਰ ਪਾਰਟੀ ਹੈ। ਤੇ ਇਸ ਲਹਿਰ ਦੀ ਜਿਹੜੀ ਅਗਲੀ ਕਹਾਣੀ ਹੈ ਉਹ ਆਪਾਂ ਅੱਗੋਂ ਵਿਚਾਰਾਂ ਕਰਾਂਗੇ, ਕਿਉਂਕਿ ਅੱਜ ਮੈਂ ਇਹਨੂੰ ਸ਼ੁਰੂ ਨਹੀਂ ਕਰ ਸਕਦਾ। ਇਸ ਲਹਿਰ ਨੂੰ ਬਿਆਨ ਕਰਨ ਲਈ ਹੋਰ ਸਮਾਂ ਵੀ ਲੱਗੇਗਾ। ਇਸ ਵਾਸਤੇ ਮੈਂ ਆਪ ਤੋਂ ਖਿਮਾ ਮੰਗ ਰਿਹਾ ਹਾਂ। ਅੱਜ ਇੰਨੀਆਂ ਕੀ ਵਿਚਾਰਾਂ ਪ੍ਰਵਾਨ ਕਰ ਲੈਣੀਆਂ, ਭੁੱਲ ਚੁੱਕ ਦੀ ਖਿਮਾ ਕਰ ਦੇਣੀ ਸੀ ਸਾਰਿਆਂ ਨੂੰ, ਕਿਉਂਕਿ ਮੈਂ ਆਪ ਇਸ ਇਤਿਹਾਸ ਨੂੰ ਅੱਜ ਪਹਿਲੀ ਵਾਰੀ ਡਿਟੇਲ ਨਾਲ ਪੜ੍ਹਿਆ। ਪਹਿਲਾਂ ਮੈਂ ਸਿਰਫ ਭਾਈ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੇ ਇਤਿਹਾਸ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਿਆ ਸੀ, ਪਰ ਹੁਣ ਇਹਦਾ ਪਿਛੋਕੜ ਜਾਣ ਕਰਕੇ ਕੋਈ ਜਾਣਕਾਰੀਆਂ ਮਿਲੀਆਂ ਹਨ ਜਿਹੜੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ। ਤੇ ਲਗਭਗ ਹਫ਼ਤੇ ਤੋਂ ਲਗਾਤਾਰ ਮੈਨੂੰ ਕਿਤਾਬਾਂ ਪੜ੍ਹਨ ਦਾ ਜੋ ਮੈਂ ਕੰਮ ਸ਼ੁਰੂ ਕੀਤਾ ਸੀ, ਉਹੀ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ। ਜਿਹੜੇ ਵਿਚਾਰ ਉਹਨਾਂ ਵਿੱਚੋਂ ਮਿਲੇ, ਉਹਨਾਂ ਕਿਤਾਬਾਂ ਨੂੰ ਮੈਂ ਸਾਂਝੇ ਕੀਤੇ। ਬਾਬਾ ਗੁਰਦਿੱਤ ਸਿੰਘ ਕਾਮਾਗਾਟੂ ਦਾ ਇੱਕ ਵੱਖਰਾ ਇਤਿਹਾਸ ਹੈ, ਭਾਈ ਰਣਧੀਰ ਸਿੰਘ ਦਾ ਕੀ ਰੋਲ ਹੈ, ਹੋਰ ਸਿੱਖ ਸੋਹਣ ਸਿੰਘ ਭਕਨੇ ਦਾ ਕੀ ਰੋਲ ਹੈ, ਇਹ ਗੱਲਾਂ ਆਪਾਂ ਇਸ ਗਦਰ ਪਾਰਟੀ ਦੇ ਇਤਿਹਾਸ ਦੇ ਵਿੱਚੋਂ ਅਗਲੇ ਹਫ਼ਤਿਆਂ ਦੇ ਕਰਾਂਗੇ ਜੀ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ, ਔਰ ਪਿਆਰ ਸਤਿ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।